जिसके सिरे ऊपर तू स्वामी, जिसके सिरे ऊपर तू स्वामी, स्वर्ग कैसा पावे, स्वर्ग कैसा पावे, स्वर्ग कैसा पावे। परमात्मा सावण कृपाल ਦੇ ਚਰਨਾਂ ਵਿੱਚ ਨਮਸਕਾਰ ਹੈ। ਜਿਨ੍ਹਾਂ ਨੇ ਸਾਨੂੰ ਆਪ ਦੀ ਜਸ਼ ਕਰਨ ਦਾ ਮੌਕਾ ਦਿੱਤਾ ਹੈ। ਮੇਰੀ ਬਚਪਨ ਤੋਂ ਸਦਾ ਹੀ ਇਹ ਅਰਦਾਸ ਰਹੀ ਹੈ ਕਿ हे परमात्मा कृपाल, मैं सब आसरे छड़ ਦਿੱਤੇ है, एक तेरा ही आसरा है। मेरा किसी भी दुनिया ਦੇ ਕਰਮ ਧਰਮ ਰੀਤੀ ਰਿਵਾਜ ਵਿੱਚ ਵਿਸ਼ਵਾਸ ਨਹੀਂ। ਤੂੰ ਮੇਰੇ ਭੁੱਲੜ ਮਨ ਦੀ ਬੇਨਤੀ ਸੁਣ ਕੇ ਆਪਣਾ ਨਾਮ ਪ੍ਰਗਟ ਕਰ ਦੇ। ਉਹ ਨਾਮ ਜਿਹੜਾ ਨੀਚਾਂ ਤੋਂ ਉੱਚ ਕਰਦਾ ਹੈ, ਜਿਹੜਾ ਪਾਪੀਆਂ ਨੂੰ ਪੁੰਨੀ ਬਣਾਉਂਦਾ ਹੈ। ਤੁਹਾਡੇ ਅੱਗੇ ਗੁਰੂ ਅਮਰਦੇਵ ਜੀ ਮਹਾਰਾਜ ਦੀ ਛੋਟਾ ਜਿਹਾ ਸ਼ਬਦ ਲੈ ਜਾਂਦਾ ਹੈ। ਸੰਤ ਮਤ ਨੂੰ ਆਪ ਬੜੇ ਪਿਆਰ ਨਾਲ ਖੋਲ ਕੇ ਸਮਝਾਉਂਦੇ ਹੈ ਕਿ ਕਿਸ ਤਰ੍ਹਾਂ ਅਸੀਂ ਰਚਨਾ ਨੂੰ ਪੈਦਾ ਕਰਨ ਵਾਲੇ ਨੂੰ ਭੁੱਲ ਗਏ ਹਾਂ, ਰਚਨਾ ਦੇ ਨਾਲ ਪਿਆਰ ਪਾ ਕੇ ਬੈਠ ਗਏ ਹਾਂ। ਮਾਨ ਮਹਲਾ ਤੀਜਾ ਪੰਨਾ 116। ਤੇਰੀਆਂ ਖਾਣੀ ਤੇਰੀਆਂ ਬਾਣੀ, ਬਿਨ ਨਾਵੇਂ ਸਭ ਪਰਮ ਭੁਲਾਣੀ। ਜਿਸ ਤਰ੍ਹਾਂ ਸਰੀਰ ਅੱਖਾਂ ਤੋਂ ਬਿਨਾਂ ਸ਼ੋਭਾ ਨਹੀਂ ਪਾਉਂਦਾ, ਚੰਦਰਮਾ ਬਗੈਰ ਰਾਤਰੀ ਸ਼ੋਭਾ ਨਹੀਂ ਪਾਉਂਦੀ ਗੀ, ਹਾਥੀ ਸੁੰਡ ਬਿਨਾਂ ਸ਼ੋਭਾ ਨਹੀਂ ਪਾਉਂਦਾਗਾ, ਇਸਤਰੀ ਪਤੀ ਬਿਨਾਂ ਸ਼ੋਭਾ ਨਹੀਂ ਪਾਉਂਦੀ ਗੀ, ਇਸੇ ਤਰ੍ਹਾਂ ਨਾਮ ਤੋਂ ਬਗੈਰ ਮਨੁੱਖ ਜਾਮਾ ਕਿਸੇ ਵੀ ਕੰਮ ਨਹੀਂ। ਨਾਮ ਤੋਂ ਬਗੈਰ ਪ੍ਰਭੂ ਦੇ ਦਰਬਾਰ ਵਿੱਚ ਕੌਡੀ ਮੁੱਲ ਵੀ ਨਹੀਂ ਪੈਂਦਾਗਾ। ਪਰਾਂ ਤੋਂ ਬਗੈਰ ਪੰਛੀ ਬੇਕਾਰ ਹੈ, ਗਿਆਨ ਬਗੈਰ ਪੰਡਿਤ ਦਾ ਕੋਈ ਮੁੱਲ ਨਹੀਂਗਾ। ਇਸੇ ਤਰ੍ਹਾਂ ਫਲ ਤੋਂ ਬਗੈਰ ਬਿਰਛ ਬੇਕਾਰ ਹੈ, ਨਾਮ ਤੋਂ ਬਿਨਾਂ ਜੀਵਨ ਤਰਕਾਰ ਹੈ। ਗੁਰੂ ਅਮਰਦੇਵ ਜੀ ਮਹਾਰਾਜ ਕਹਿੰਦੇ ਆ, ਚਾਰ ਖਾਣੀਆਂ ਹਨ, ਚਾਰ ਬਾਣੀਆਂ ਹਨ। ਇੱਕ ਉਹ ਹੈ ਜਿਹੜੇ ਅੰਡਿਆਂ ਤੋਂ ਪੈਦਾ ਹੁੰਦੇ ਹੈ, ਪੰਛੀ ਹੈ, ਝਿੱਲੀ ਤੋਂ ਪੈਦਾ ਹੁੰਦੇ ਹੈ, ਪਸ਼ੂ ਚੁਪਾਏ ਜਾਨਵਰ ਹੈ, ਇਨਸਾਨ ਹੈ, ਔਰ ਮੌਸਮਾਂ ਦੀ ਤਬਦੀਲੀ ਨਾਲ ਪੈਦਾ ਹੁੰਦੇ ਹੈ, ਮੱਛਰ ਜੂਆਂ ਵਗੈਰਾ। ਆਪ ਕਹਿੰਦੇ ਇਹ ਚਾਰ ਖਾਣੀਆਂ ਹਨ। ਨਾਮ ਤੋਂ ਬਿਨਾਂ ਇਹ ਸਭ ਭਰਮ ਦੇ ਅੰਦਰ ਹੈ, ਇਹਨਾਂ ਨੂੰ ਨਾਮ ਦੀ ਖਬਰ ਨਹੀਂ। ਚਾਰ ਬਾਣੀਆਂ ਹਨ, ਪਰਾ ਹੈ, ਬਸੰਤੀ ਹੈ, ਮੱਧਮ ਹੈ, ਬੈਖਰੀ ਹੈ। ਇੱਕ ਉਹ ਹੈ ਜਿਸ ਤਰ੍ਹਾਂ ਮੈਂ ਬੋਲ ਰਿਹਾ ਹਾਂ, ਤੁਸੀਂ ਸੁਣ ਰਹੇ ਹੋ। ਇੱਕ ਗਲੇ ਵਿੱਚ ਹੌਲੀ ਹੌਲੀ ਬੋਲੀ ਜਾਂਦੀ ਹੈ, ਇੱਕ ਹਿਰਦੇ ਤੋਂ ਜੋਗੀ ਜਨ ਹਲੌਰ ਉਠਾਉਂਦੇ ਹੈ। ਕਿਉਂਕਿ ਜਿਸ ਨਾਮ ਨਾਲ ਮੁਕਤੀ ਹੋਣੀ ਹੈ, ਸਭ ਸਮਾਜ ਕਹਿੰਦੇ ਹੈ ਕਿ ਮੁਕਤੀ ਨਾਮ ਬਿਨਾਂ ਨਹੀਂ, ਲੇਕਿਨ ਕਿਸੇ ਨੂੰ ਇਹ ਨਹੀਂ ਪਤਾ ਕਿ ਉਹ ਨਾਮ ਕੋਈ ਲਫ਼ਜ਼ ਹੈ ਜਾਂ ਕੋਈ ਤਾਕਤ ਹੈ, ਜਾਂ ਉਸ ਨਾਮ ਦੇ ਸਾਥ ਕਿਸ ਤਰ੍ਹਾਂ ਜੁੜਨਾ ਹੈ। ਕਿਉਂਕਿ ਨਾਮ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਕਿਹਾ ਹੈ, ਅੱਖਾਂ ਬਾਝੋ ਦੇਖਣਾ ਬਿਨ ਕੰਨਾਂ ਸੁਣਨਾ, ਪੈਰਾਂ ਬਾਝੋ ਚੱਲਣਾ ਬਿਨ ਹੱਥਾਂ ਕਰਨਾ, ਜੀਭਾ ਬਾਝੋ ਬੋਲਣਾ ਇਉਂ ਜੀਵਤ ਮਰਨਾ। ਸੋ ਇਸ ਵਾਸਤੇ ਸੰਤ ਮਹਾਤਮਾ ਸਾਨੂੰ ਪਿਆਰ ਨਾਲ ਦੱਸਦੇ ਹੈ ਕਿ ਉਹ ਨਾਮ ਜਿਸ ਨਾਲ ਮੁਕਤੀ ਹੋਣੀ ਹੈ, ਉਹ ਲਿਖਣ ਪੜ੍ਹਨ ਬੋਲਣ ਵਿੱਚ ਨਹੀਂ ਆਉਂਦਾਗਾ। ਉਹ ਬਿਨਾਂ ਲਿਖਿਆ ਕਾਨੂੰਨ ਹੈ, ਬਿਨਾਂ ਬੋਲੀ ਭਾਸ਼ਾ ਹੈ। ਪਲਟੂ ਸਾਹਿਬ ਵੀ ਕਹਿੰਦੇ ਹੈ, ਨਾਮ ਨਾਮ ਸਭ ਕਹਿਤ ਹੈ, ਨਾਮ ਨਾ ਪਾਇਆ ਕੋਏ, ਨਾਮ ਨਾ ਪਾਇਆ ਕੋਏ, ਨਾਮ ਕੀ ਗਤ ਹੈ ਨਿਆਰੀ।
ਅਗਰ ਕਿਸੇ ਨੂੰ ਭੁੱਖ ਲੱਗੀ ਹੈ, ਉਹ ਸਾਰਾ ਦਿਨ ਰੋਟੀ ਕਰਦਾ ਰਹੇ, ਨਾ ਸਵਾਦ ਹੀ ਆਉਂਦਾ ਹੈ, ਨਾ ਉਸ ਦੀ ਭੁੱਖ ਹੀ ਦੂਰ ਹੁੰਦੀ ਹੈ। ਇਸੇ ਤਰ੍ਹਾਂ ਅਗਰ ਅਸੀਂ ਸਾਰਾ ਦਿਨ ਜ਼ਬਾਨ ਨਾਲ ਰਾਮ ਰਾਮ ਕਰੀ ਜਾਈਏ, ਗਾੜ ਕਰੀ ਜਾਈਏ, ਵਾਹਿਗੁਰੂ ਅੱਲਾ ਅੱਲਾ ਕਰੀ ਜਾਈਏ, ਕਹਿਣ ਨਾਲ ਕੁਛ ਨਹੀਂ ਬਣਦਾ ਗਾ। ਨਾ ਅਸੀਂ ਰਾਮ ਨੂੰ ਮਿਲਦੇ ਹਾਂ, ਨਾ ਅੱਲਾ ਨੂੰ, ਨਾ ਗਾਡ ਨੂੰ ਮਿਲਦੇ ਹਾਂ। ਜਿਸ ਤਾਕਤ ਦਾ ਅਸੀਂ ਨਾਮ ਲੈਂਦੇ ਹਾਂ, ਉਸ ਰਾਮ ਨੂੰ ਜਾ ਕੇ ਮਿਲਣਾ ਹੈ। ਹਜ਼ਰਤ ਬਾਹੂ ਨੇ ਕਿਹਾ ਸੀਗਾ, ਜ਼ਬਾਨ ਨਾਲ ਕਲਮਾ ਅਸੀਂ ਸਾਰੇ ਪੜ੍ਹਦੇ ਹਾਂ, ਦਿਲ ਦਾ ਕੋਈ ਪੜ੍ਹਦਾ ਹੈ। ਜਿੱਥੇ ਦਿਲ ਦਾ ਕਲਮਾ ਪੜ੍ਹਦੇ ਹੈ, ਉੱਥੇ ਜੀਭ ਹਿਲਾਉਣ ਦੀ ਜ਼ਰੂਰਤ ਨਹੀਂ ਪੈਂਦੀ, ਅੱਖ ਫਰਕਦੀ ਨਹੀਂ, ਜ਼ਬਾਨ ਬੰਦ ਹੋ ਜਾਂਦੀ ਹੈ। ਆਤਮਾ ਪਤਨੀ ਹੈ, ਸ਼ਬਦ ਪਤੀ ਹੈ। ਉਹ ਕਲਮਾ ਮੁਰਸ਼ਿਦ ਪੜ੍ਹਾਉਂਦਾ ਹੈ, ਆਤਮਾ ਸਦਾ ਵਾਸਤੇ ਸੁਹਾਗਣ ਹੋ ਜਾਂਦੀ ਹੈ। ਹੁਣ ਆ ਪਿਆਰ ਨਾਲ ਕਹਿੰਦੇ ਹੈ ਕਿ ਹੇ ਪ੍ਰਮਾਤਮਾ, ਜਿਹੜੀ ਤੈ ਰਚਨਾ ਪੈਦਾ ਕੀਤੀ ਹੈ, ਇਹ ਆਤਮਾ ਰਚਨਾ ਦੇ ਨਾਲ ਪਿਆਰ ਪਾ ਕੇ ਤੈਨੂੰ ਭੁੱਲ ਚੁੱਕੇ ਹੈ, ਤੇਰੀ ਕਿਸੇ ਨੂੰ ਯਾਦ ਨਹੀਂ। ਪਰਮ ਕਿਹੜਾ ਹੈ? ਜੋ ਅਸੀਂ ਦਿਨ ਰਾਤ ਇਸ ਰਚਨਾ ਨੂੰ ਆਪਣਾ ਬਣਾਉਣ ਲੱਗੇ ਹੋਏ ਹੈ, ਕਿ ਇਹਨੂੰ ਸੱਚ ਮੰਨ ਕੇ ਬੈਠੇ ਹੋਏ ਹੈ, ਜਪ ਤਪ ਕਰਦੇ ਹਾਂ, ਪੂਜਾ ਪਾਠ ਕਰਦੇ ਹਾਂ, ਅਨੇਕ ਕਿਸਮ ਦੇ ਸਰੀਰ ਦੇ ਉੱਤੇ ਅਸੀਂ ਭੇਖ ਧਾਰਨ ਕਰਦੇ ਹਾਂ। ਇਸ ਭਰਮ ਦੇ ਵਿੱਚ ਪਏ ਹੈ ਕਿ ਸ਼ਾਇਦ ਇਸ ਤਰੀਕੇ ਨਾਲ ਪ੍ਰਮਾਤਮਾ ਮਿਲ ਜਾਏਗਾ। ਤੇਰੀਆਂ ਖਾਣੀ ਤੇਰੀਆਂ ਬਾਣੀ, ਬਿਨ ਨਾਵੇਂ ਸਭ ਪਰਮ ਭੁਲਾਣੀ। ਗੁਰ ਸੇਵਾ ਤੇ ਹਰ ਨਾਮ ਪਾਇਆ, ਬਿਨ ਸਤ ਗੁਰ ਕੋਈ ਨਾ ਪਾਵਣਿਆ। ਹੁਣ ਗੁਰੂ ਸਾਹਿਬ ਪਿਆਰ ਨਾਲ ਦੱਸਦੇ ਹੈ ਕਿ ਕਿਸ ਤਰ੍ਹਾਂ ਅਸੀਂ ਉਸ ਨਾਮ ਨੂੰ ਪ੍ਰਾਪਤ ਕਰ ਸਕਦੇ ਹਾਂ, ਕਿਹੜਾ ਸਾਧਨ, ਕਿਹੜਾ ਤਰੀਕਾ ਹੈ, ਕਿਹੜੀ ਜਗ੍ਹਾ ਹੈ ਜਿੱਥੋਂ ਸਾਨੂੰ ਉਹ ਨਾਮ ਦਾ ਦਾਨ ਮਿਲ ਸਕਦਾ ਹੈ। ਤੋ ਆਪ ਪਿਆਰ ਨਾਲ ਕਹਿੰਦੇ ਹੈ, ਸਭ ਤੋਂ ਪਹਿਲਾਂ ਅਸੀਂ ਉਹਨਾਂ ਮਹਾਤਮਾ ਦੇ ਪਾਸ ਜਾਣਾ ਹੈ, ਜਿਹੜੇ ਨਾਮ ਜਪ ਕੇ ਨਾਮ ਦਾ ਹੀ ਰੂਪ ਹੋ ਚੁੱਕੇ ਹਨ। ਔਰ ਆਪ ਪਿਆਰ ਦੇ ਨਾਲ ਕਹਿੰਦੇ ਹੈ ਕਿ ਜਦੋਂ ਅਸੀਂ ਐਸੇ ਮਹਾਤਮਾ ਦੇ ਪਾਸ ਜਾਂਦੇ ਹਾਂ, ਉਹ ਸਾਡੇ ਖਿਆਲ ਨੂੰ ਹਰ ਕਿਸਮ ਦੇ ਬਾਹਰੋਂ ਭਰਮ ਦੇ ਵਿੱਚੋਂ ਹਟਾ ਕੇ ਅੰਦਰ ਉਹ ਸ਼ਬਦ ਦੇ ਨਾਲ ਜੋੜਦਾ ਹੈ, ਉਸ ਪ੍ਰਕਾਸ਼ ਦੇ ਨਾਲ ਜੋੜਦਾ ਹੈ। ਸਤਿਗੁਰੂ ਦੀ ਸੇਵਾ ਤੋਂ ਭਾਵ ਹੈ, ਜੋ ਸੰਤ ਸਤਿਗੁਰੂ ਸਾਨੂੰ ਰਸਤਾ ਦੱਸਦੇ ਹੈ, ਉਸ ਰਸਤੇ ਦੇ ਉੱਤੇ ਚੱਲਣਾ। ਇਹ ਨਹੀਂ ਕਿ ਰਸਤਾ ਉਹ ਸਾਨੂੰ ਈਸ਼ਟ ਨੂੰ ਜਾਣ ਦਾ ਦੱਸਦੇ ਹੈ, ਅਸੀਂ ਵੈਸ਼ਟ ਨੂੰ ਭੱਜੇ ਜਾਂਦੇ ਹਾਂ। ਜਿਤਨੀ ਦੂਰ ਜਾਵਾਂਗੇ ਉਤਨਾ ਹੀ ਅਸੀਂ ਆਪਣਾ ਪੰਥ ਹੋਰ ਲੰਬਾ ਕਰ ਲਾਂਗੇ। ਸਵਾਮੀ ਜੀ ਮਹਾਰਾਜ ਕਹਿੰਦੇ, ਜਦੋਂ ਅਸੀਂ ਸੰਤਾਂ ਤੋਂ ਨਾਮ ਪ੍ਰਾਪਤ ਕਰ ਲੈਂਦੇ ਹਾਂ, ਜੋ ਅਸੀਂ ਪਹਿਲਾਂ ਪੂਜਾ ਪਾਠ ਜਪ ਤਪ ਕਰਦੇ ਹਾਂ, ਕਰਮ ਕਾਂਡ ਕਰਦੇ ਹਾਂ, ਚਾਹੇ ਅੱਛੇ ਕਰਦੇ ਹਾਂ ਚਾਹੇ ਬੁਰੇ ਕਰਦੇ ਹਾਂ, ਸਭ ਨੂੰ ਛੱਡ ਦੇਣਾ ਹੈ, ਠੱਪ ਕੇ ਰੱਖ ਦੇਣਾ ਹੈ। ਜੋ ਰਸਤਾ ਸੰਤ ਬਤਾਉਂਦੇ ਆ ਉਸ ਤੇ ਚੱਲਣਾ ਹੈ ਦ੍ਰਿੜ ਵਿਸ਼ਵਾਸ ਨਾਲ। ਜਦ ਜੀਵ ਸ਼ਰਨ ਗੁਰੂ ਦੀ ਆਵੇ, ਕਰਮ ਧਰਮ ਸਭ ਭਰਮ ਨਸਾਵੇ। ਜੋ ਮਾਰਗ ਗੁਰੂ ਦੇ ਬਤਾਈ, ਸੋਈ ਕਰਮ ਧਰਮ ਹੁਆ ਭਾਈ। ਗੁਰ ਸੇਵਾ ਤੇ ਹਰ ਨਾਮ ਪਾਇਆ, ਬਿਨ ਸਤ ਗੁਰ ਕੋਈ ਨਾ ਪਾਵਣਿਆ। ਹਉ ਵਾਰੀ ਜਿਉ ਵਾਰੀ, ਹਰ ਸੇਤੀ ਚਿਤ ਲਾਵਣਿਆ। ਜਦੋਂ ਸਾਡਾ ਮਨ ਨਾਮ ਦੇ ਨਾਲ ਜੁੜ ਜਾਂਦਾ ਹੈ, ਸ਼ਬਦ ਦੀ ਭਗਤੀ ਵਿੱਚ ਲੱਗ ਜਾਂਦਾ ਹੈ, ਫੇਰ ਹੀ ਅਸੀਂ ਸੱਚੇ ਦਿਲੋਂ ਆਪਣੇ ਸਤਿਗੁਰਾਂ ਤੋਂ ਬਲਿਹਾਰ ਜਾਂਦੇ ਹਾਂ, ਕੁਰਬਾਨ ਜਾਂਦੇ ਹਾਂ। ਕਿਉਂ ਬਲਿਹਾਰ ਔਰ ਕੁਰਬਾਨ ਜਾਂਦੇ ਹਾਂ? ਨਾ ਘਰ-ਬਾਰ ਛਡਾਇਆ, ਨਾ ਪੁੱਤਰ ਧੀਆਂ ਛਡਾਏ, ਨਾ ਕੋਈ ਦੁਨੀਆ ਛਡਾਈ, ਨਾ ਕੋਈ ਸਾਥੋਂ ਕੌਮ ਮਜ਼ਹਬੀ ਛਡਾਇਆ। ਸਾਨੂੰ ਅੰਦਰੇ ਦੁਨੀਆ ਦੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਦੇ ਉਸ ਨੇ ਸਾਨੂੰ
ਪਰਮਾਤਮਾ ਦੇ ਨਾਲ ਜੋੜ ਦਿੱਤਾ, ਸ਼ਬਦ ਦੇ ਨਾਲ ਜੋੜ ਦਿੱਤਾ। ਹਉ ਵਾਰੀ ਜਿਉ ਵਾਰੀ ਹਰ ਸੇਤੀ ਚਿਤ ਲਾਵਣਿਆ ਹਰ ਸੱਚਾ ਗੁਰ ਭਗਤੀ ਪਾਈਐ ਸਹਿਜੇ ਮਨ ਵਸਾਵਣਿਆ। ਦੁਨੀਆ ਨੇ ਹਟ ਕਰਮਾਂ ਦੇ ਜ਼ਰੀਏ ਬੜੀ ਹੀ ਮਿਹਨਤ ਕੀਤੀ ਹੈ, ਤਪੱਸਿਆ ਕੀਤੀ ਹੈ, ਲੇਕਿਨ ਉਹ ਪ੍ਰਮਾਤਮਾ ਦੇ ਚਰਨਾਂ ਤੱਕ ਪਹੁੰਚ ਨਹੀਂ ਸਕੇ। ਆਪ ਕਹਿਣ ਲੱਗੇ ਪ੍ਰਮਾਤਮਾ ਕਿਰਪਾ ਕਰਦਾ ਹੈ ਤਾਂ ਹੀ ਅਸੀਂ ਸੰਤਾਂ ਦੇ ਚਰਨਾਂ ਵਿੱਚ ਬੈਠ ਸਕਦੇ ਹਾਂ। ਅਗਰ ਉਹ ਪ੍ਰਮਾਤਮਾ ਕਿਰਪਾ ਸਾਡੇ ਤੇ ਨਾ ਕਰੇ, ਸਾਡਾ ਭੁੱਲੜ ਮਨ ਕਦੇ ਵੀ ਸਤਸੰਗ ਦੀ ਤਰਫ ਆ ਹੀ ਨਹੀਂ ਸਕਦਾ। ਸੋ ਜਦੋਂ ਪ੍ਰਮਾਤਮਾ ਸਾਡੇ ਤੇ ਕਿਰਪਾ ਕਰਦਾ ਹੈ, ਸਾਨੂੰ ਮਹਾਤਮਾ ਦੇ ਚਰਨਾਂ ਵਿੱਚ ਸਤਸੰਗ ਵਿੱਚ ਭੇਜਦਾ ਹੈ। ਮਹਾਤਮਾ ਸਾਡੇ ਅੰਦਰ ਸਤਸੰਗ ਦੇ ਜ਼ਰੀਏ ਨਾਮ ਜਪਣ ਦਾ ਸ਼ੌਕ ਪੈਦਾ ਕਰਦੇ ਆ, ਬਿਰੇ ਔਰ ਤੜਫ ਪੈਦਾ ਕਰਦੇ ਆ। ਸਾਡੇ ਘਰ ਜਿੱਥੋਂ ਕਿ ਆਤਮਾ ਸੱਚਖੰਡ ਤੋਂ ਆਈ ਹੈ, ਉੱਥੇ ਪਹੁੰਚਣ ਦੀ ਉਹ ਯੁਕਤੀ ਦੱਸਦੇ ਆ। ਸਿਰਫ ਯੁਕਤੀ ਨਹੀਂ ਦੱਸਦੇਗੇ, ਬਲਕਿ ਉਹ ਸਾਥ ਹੋ ਕੇ ਮਦਦ ਵੀ ਕਰਦੇ ਹੈ। ਹਰ ਸੱਚਾ ਗੁਰ ਭਗਤੀ ਪਾਈਐ ਸਹਿਜੇ ਮਨ ਵਸਾਵਣਿਆ ਸਤ ਗੁਰ ਸੇਵੇ ਤਾਂ ਸਭ ਕਿਛ ਪਾਏ जेहि मनसा कर लागे तेहा फल पाए। ਹੁਣ ਆ ਪਿਆਰ ਦੇ ਨਾਲ ਕਹਿੰਦੇ ਆ ਕਿ ਅਸੀਂ ਦੁਨੀਆਦਾਰ ਲੋਕ ਸੰਤਾਂ ਦੇ ਸਤਸੰਗ ਵਿੱਚ ਆਉਨੇ ਹੈ, ਲੇਕਿਨ ਫਿਰ ਸਾਡਾ ਮਨ ਸਾਨੂੰ ਦੁਨੀਆ ਦੀਆਂ ਆਸਾਂ ਬਣਾ ਦਿੰਦਾ ਹੈ। ਤ੍ਰਿਸ਼ਨਾ ਪੂਰੀਆਂ ਕਰਨ ਵਾਸਤੇ ਸਾਡੇ ਅੰਦਰ ਖੁਆਇਸ਼ਾਂ ਪੈਦਾ ਕਰ ਦਿੰਦਾ ਹੈ। ਕਿਉਂਕਿ ਸੰਤਾਂ ਕੋਲ ਤਾਂ ਨਾਮ ਹੈ, ਮੁਕਤੀ ਨਾਮ ਨਾਲ ਹੈ, ਲੇਕਿਨ ਸਾਡਾ ਮਨ ਕੀ ਕਰਦਾ ਹੈ, ਇੱਥੇ ਆ ਕੇ ਵੀ ਜਿੱਥੇ ਲਾਲਾਂ ਦਾ ਲਾਲ ਮਿਲਣੇ ਹੈ, ਇੱਥੇ ਵੀ ਇਹ ਦੁਨੀਆ ਦੇ ਪਦਾਰਥ ਭੋਗੇ ਇਕੱਠੇ ਕਰਨ ਤੇ ਲਾ ਦਿੰਦਾ ਹੈ। ਕੋਈ ਕਹਿੰਦਾ ਮੇਰੀ ਬਿਮਾਰੀ ਦੂਰ ਹੋਵੇ, ਕੋਈ ਕਹਿੰਦਾ ਹੈ ਮੇਰਾ ਮੁਕੱਦਮਾ ਫਤਿਹ ਹੋਵੇ, ਕੋਈ ਕਹਿੰਦਾ ਹੈ ਮੇਰੇ ਘਰ ਲੜਕਾ ਨਹੀਂ ਉਹ ਪੈਦਾ ਹੋਵੇ। ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਸੀ, ਐਸੇ ਲੋਕਾਂ ਨੇ ਜੋ ਕੀਮਤੀ ਵਕਤ ਹੁੰਦਾ ਹੈ ਉਸ ਨੂੰ ਖਰਾਬ ਕਰ ਦਿੰਦੇ ਹੈ। ਫਿਰ ਉਹ ਇਹ ਵੀ ਕਹਿੰਦੇ ਹੁੰਦੇ ਸੀ ਕਿ ਐਸੇ ਲੋਕ ਸਤਸੰਗ ਦੇ ਕਾਬਿਲ ਨਹੀਂ ਹੁੰਦੇ, ਉਹ ਘਰੇ ਹੀ ਬੈਠੇ ਰਹਿਣ। ਖੁਆਇਸ਼ਾਂ ਸਾਡੇ ਅੰਦਰ ਕੌਣ ਪੈਦਾ ਕਰਦਾ? ਸਾਡਾ ਮਨ ਪੈਦਾ ਕਰਦਾ। ਤ੍ਰਿਸ਼ਨਾ ਸਾਡਾ ਮਨ ਪੈਦਾ ਕਰਦਾ ਹੈ। ਉਹ ਪੂਰੀਆਂ ਕਿਤੋਂ ਕਰਾਉਣਾ ਚਾਹੁੰਦੇ ਹੈ? ਸਤਿਗੁਰਾਂ ਤੋਂ ਕਰਾਉਣੀਆਂ ਚਾਹੁੰਦੇ ਹੈ, ਪਰਮਾਤਮਾ ਤੋਂ ਕਰਾਉਣੀਆਂ ਚਾਹੁੰਦੇ ਹੈ। ਆਏ ਤਾਂ ਅਸੀਂ ਸਤਸੰਗ ਦੇ ਅੰਦਰ ਮਨ ਨੂੰ ਸਮਝਾਉਣ ਵਾਸਤੇ ਸੀਗੇ ਔਰ ਆਤਮਾ ਨੂੰ ਇਸ ਦੇ ਪੰਜੇ ਤੋਂ ਆਜ਼ਾਦ ਕਰਨ ਵਾਸਤੇ ਆਏ ਸੀਗੇ, ਲੇਕਿਨ ਅਸੀਂ ਸੰਤਾਂ ਨੂੰ ਉਸ ਪਰਮਾਤਮਾ ਨੂੰ ਸਮਝਾਉਣ ਲੱਗੇ ਪਏ ਹੈ ਕਿ ਤੂੰ ਸਾਡਾ ਇਹ ਕੰਮ ਕਰ, ਤੂੰ ਸਾਡਾ ਉਹ ਕੰਮ ਕਰ। ਪਹਿਲਾਂ ਅਸੀਂ ਆਸਾ ਤ੍ਰਿਸ਼ਨਾ ਕੀਤੀਆਂ, ਉਹ ਭੋਗਣ ਵਾਸਤੇ ਆ ਗਏ ਹਾਂ। ਜੋ ਅਸੀਂ ਹੁਣ ਪੈਦਾ ਕਰ ਰਹੇ ਹਾਂ, ਇਹ ਫੇਰ ਭੋਗਣ ਵਾਸਤੇ ਆ ਜਾਵਾਂਗੇ। ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਸੀਗੇ ਕਿ ਅਗਰ ਤੁਸੀਂ ਕੋਈ ਘਰ ਦੇ ਅੰਦਰ ਕੁਰਸੀ ਜਾਂ ਮੇਜ਼ ਬਣਾਉਣਾ ਹੈ, ਪਲੇ ਪਲੇ ਤਰਖਾਣ ਨੂੰ ਸੱਦਣ ਦੀ ਬਜਾਏ ਤੁਸੀਂ ਉਹਦੇ ਨਾਲ ਪਿਆਰ ਪਾ ਕੇ ਉਹਨੂੰ ਘਰੇ ਰੱਖ ਸਕਦੇ ਹੋ। ਜੋ ਚੀਜ਼ ਦੀ ਜ਼ਰੂਰਤ ਹੋਵੇ ਉਹ ਬਣਵਾ ਸਕਦੇ ਹੋ। ਇਸੇ ਤਰ੍ਹਾਂ ਅਗਰ ਅਸੀਂ ਭਗਤੀ ਕਰਕੇ ਉਸ ਪਰਮਾਤਮਾ ਨੂੰ ਆਪ ਦੇ ਅੰਦਰ ਪ੍ਰਗਟ ਕਰ ਲਈਏ, ਆਪ ਦੇ ਤੇ ਖੁਸ਼ ਕਰ ਲਈਏ, ਉਹ ਆਪ ਹੀ ਸਾਡੀਆਂ ਜ਼ਰੂਰਤਾਂ ਪੂਰੀਆਂ ਕਰ ਦਿੰਦਾ ਹੈ। ਉਹਨੂੰ ਪਤਾ ਹੈ ਕਿ ਇਹ ਮੇਰੇ ਪਿਆਰੇ ਬੱਚੇ ਨੂੰ ਕਿਸ ਚੀਜ਼ ਦੀ ਜ਼ਰੂਰਤ ਹੈ। ਪਰਮਾਤਮਾ ਰਹਿਮ ਦਾ ਸਮੁੰਦਰ ਹੈ, ਉਹ ਸਦਾ ਰਹਿਮ ਕਰਦਾ ਹੈ, ਉਹ ਸਦਾ ਦਇਆ ਕਰਦਾ ਹੈ। ਅਗਰ ਉਹ ਰਹਿਮ ਨਾ ਕਰੇ, ਉਹਨੂੰ ਕੌਣ ਪਰਮਾਤਮਾ ਕਹਿ ਸਕਦਾ ਹੈ? ਇਸੇ ਤਰ੍ਹਾਂ ਗੁਰੂ ਅਮਰਦੇਵ ਜੀ ਮਹਾਰਾਜ ਕਹਿੰਦੇ ਆ, ਸਤਿਗੁਰ ਸੇਵੇ ਤੇ ਸਭ ਕੁਛ ਪਾਏ, ਜਿਹੀ ਮਨਸਾ ਕਰ ਲੱਗੇ ਤੇਹਾ ਫਲ ਪਾਏ। ਦੇਂਦਾ ਦੇ ਲੈਂਦੇ ਥਕ ਪਾਹੇ। ਗੁਰੂ ਨਾਨਕ ਕਹਿੰਦੇ ਆ,
ਉਹ ਪਰਮਾਤਮਾ ਦਿੰਦਾ ਦਿੰਦਾ ਥੱਕਦਾ ਨਹੀਂ। ਅਸੀਂ ਹਰ ਜਨਮ ਦੇ ਵਿੱਚ ਲੈਂਦੇ ਲੈਂਦੇ ਥੱਕ ਗਏ ਹਾਂ। ਸ਼ੀਸ਼ੇ ਦਾ ਕਸੂਰ ਨਹੀਂ ਹੁੰਦਾ। ਗੁਰੂ ਅਮਰਦੇਵ ਜੀ ਮਹਾਰਾਜ ਕਹਿੰਦੇ ਆ, ਅਗਰ ਸਾਡੇ ਮੂੰਹ ਦੇ ਉੱਤੇ ਚੇਚਕ ਹੈ ਜਾਂ ਸਾਨੂੰ ਜਰਕਾਨ ਹੋਇਆ ਹੈ, ਸਾਡਾ ਮੂੰਹ ਉਸ ਤਰ੍ਹਾਂ ਦਾ ਹੀ ਦਿਸਦਾ ਹੈ। ਇਸੇ ਤਰ੍ਹਾਂ ਪਰਮਾਤਮਾ ਦੇ ਪਿਆਰੇ ਸ਼ੀਸ਼ੇ ਦੀ ਮਿਸਾਲ ਹੁੰਦੇ ਆ। ਸਾਡੀ ਜੈਸੀ ਭਾਵਨਾ ਹੁੰਦੀ ਹੈ, ਸਾਡੀ ਜੈਸੀ ਮਨਸਾ ਹੁੰਦੀ ਹੈ, ਵੈਸੀ ਸਾਡੀ ਆਸ ਪੂਰੀ ਹੁੰਦੀ ਹੈ। ਅਗਰ ਸਾਡੇ ਅੰਦਰ ਸੱਚਾ ਪਿਆਰ ਹੈ, ਸੱਚੀ ਤੜਪ ਹੈ, ਬਿਰੇ ਹੈ, ਅਸੀਂ ਆਪਣਾ ਹਿਰਦਾ ਉਸ ਪਰਮਾਤਮਾ ਦੇ ਬੈਠਣ ਵਾਸਤੇ ਤਿਆਰ ਬਣਾਈ ਬੈਠੇ ਹਾਂ, ਸਾਫ਼ ਕਰੀ ਬੈਠੇ ਹਾਂ, ਨਿਰਮਲ ਕਰੀ ਬੈਠੇ ਹਾਂ। ਜਦ ਅਸੀਂ ਐਸੇ ਮਹਾਤਮਾ ਦੀ ਸ਼ਰਨ ਵਿੱਚ ਜਾਂਦੇ ਹਾਂ, ਅੱਖਾਂ ਚਾਰ ਹੋਣ ਨਾਲ ਹੀ ਸਾਡੀ ਆਤਮਾ ਦੀ ਪਿਆਸ ਬੁਝ ਜਾਂਦੀ ਹੈ। ਸਤ ਗੁਰ ਸੇਵੇ ਤਾਂ ਸਭ ਕਿਛ ਪਾਏ, जेहि मनसा कर लागे तिहा फल पाए। सत गुर दाता सबना वस्तु का, पूरे पाग मिलावणिया। परमात्मा ने ਆਪ ਦੇ ਪਿਆਰੇ ਬੱਚਿਆਂ ਨੂੰ, ਸੰਤਾਂ ਨੂੰ ਆਪਣੇ ਖਜ਼ਾਨੇ ਦੇ ਭੰਡਾਰੀ ਬਣਾ ਕੇ ਸੰਸਾਰ ਦੇ ਵਿੱਚ ਭੇਜਿਆ ਹੁੰਦਾ ਹੈ। ਖੁੱਲੀ ਛੁੱਟੀ ਵੀ ਹੁੰਦੀ ਹੈ ਕਿ ਜਿੰਨਿਆਂ ਨੂੰ ਵੀ ਤੁਸੀਂ ਲਿਆਓਗੇ ਮੈਂ ਮਾਫੀ ਦੇਵਾਂਗਾ। ਜੇ ਕਿਸੇ ਦਾ ਭੰਡਾਰ ਜ਼ਿਆਦੇ ਹੋਵੇ, ਅਗਰ ਉਸ ਨੂੰ ਵੰਡਣ ਦਾ ਹੁਕਮ ਨਾ ਹੋਵੇ, ਉਸ ਭੰਡਾਰੀ ਦਾ ਵੀ ਕੀ ਫਾਇਦਾ ਹੋ ਸਕਦਾ ਹੈ। ਅਗਰ ਕਿਸੇ ਦੇ ਭੰਡਾਰ ਅੰਦਰ ਕੋਈ ਵਸਤੂ ਹੀ ਨਾ ਹੋਵੇ ਔਰ ਉਹ ਦਾਤਾ ਬਣ ਕੇ ਬੈਠ ਜਾਵੇ, ਉਹ ਕਿਤਨਿਆਂ ਕੁ ਨੂੰ ਰੋਜੀ ਦੇ ਸਕਦਾ ਹੈ। ਗੁਰੂ ਅਮਰਦੇਵ ਜੀ ਮਹਾਰਾਜ ਕਹਿੰਦੇ, ਸਤਿਗੁਰੂ ਦਾਤਾ ਸਭਨਾ ਬਥੂ ਕਾ ਪੂਰਾ ਭਾਗ ਮਲਾਵਣਿਆ। ਐਸੇ ਮਾਲਕ ਦੇ ਪਿਆਰੇ ਦੇਣ ਵਾਸਤੇ ਆਉਂਦੇ ਹੈ, ਉਹ ਦੁਨੀਆ ਤੋਂ ਲੈਣ ਵਾਸਤੇ ਨਹੀਂ ਆਉਂਦੇਗੇ। ਜਿੱਥੇ ਸੰਤਾਂ ਨੇ ਨਾਮ ਦਾਨ ਕਿਹਾ ਹੈ, ਉਹ ਸੰਤ ਆਪਣੇ ਦਾਨ ਦਾ ਦੁਨੀਆ ਤੋਂ ਕੁਛ ਇਵਜ਼ਾਨਾ ਨਹੀਂ ਮੰਗਦੇਗੇ। ਉਹ ਦਾਨ ਦੇ ਕੇ ਆਸਾਨ ਵੀ ਨਹੀਂ ਕਰਦੇਗੇ। ਗੁਰੂ ਨਾਨਕ ਨੇ ਇਸੇ ਨੂੰ ਗੁਰ ਪ੍ਰਸਾਦ ਜਾਂ ਗੁਰੂ ਕਿਰਪਾ ਪ੍ਰਸ਼ਾਦ ਦੇ ਕੇ ਵੀ ਆਪਾਂ ਕਿਸੇ ਤੋਂ ਕੋਈ ਮੁੱਲ ਵਸੂਲ ਨਹੀਂ ਕਰਦੇਗੇ। ਪ੍ਰਸ਼ਾਦ ਦੇ ਕੇ ਕਿਸੇ ਤੇ ਆਸਾਨ ਨਹੀਂ ਕਰਦੇਗੇ। ਸਤ ਗੁਰ ਦਾਤਾ ਸਭਨਾ ਵਸਤੂ ਕਾ, ਪੂਰੇ ਭਾਗ ਮਿਲਾਵਣਿਆ। ਇਹੋ ਮਨ ਮੈਲਾ ਇਕ ਨਾ ਧਿਆਏ, ਅੰਤਰ ਮੈਲ ਲਾਗੀ ਬਹੁ ਦੂਜੇ ਪਾਏ। ਹੁਣ ਗੁਰੂ ਅਮਰਦੇਵ ਜੀ ਮਹਾਰਾਜ ਕਹਿੰਦੇ ਹੈ, ਇਸ ਮਨ ਨੂੰ ਜਨਮਾਂ ਜਨਮਾਤਰਾਂ ਦੀ ਮੈਲ ਲੱਗੀ ਹੋਈ ਹੈ। ਕਿਉਂ ਮੈਲ ਲੱਗੀ ਹੋਈ ਹੈ? ਇਹ ਇੱਕ ਪਰਮਾਤਮਾ ਦੀ ਭਗਤੀ ਨਹੀਂ ਕਰਦਾਗਾ। ਅਨੇਕਾਂ ਹੀ ਇਹਨੇ ਪਰਮਾਤਮਾ ਬਣਾਏ ਹੋਏ ਹੈ। ਕਬੀਰ ਸਾਹਿਬ ਨੇ ਇੱਕ ਜਗ੍ਹਾ ਪਰਮਾਤਮਾ ਤੇ ਵਿੰਗ ਕੱਸ ਕੇ ਕਿਹਾ ਹੈ ਕਿ ਅਣ ਘੜਿਆ ਦੇਵਾ ਤੇਰੀ ਕੋਈ ਨਾ ਕਰਦਾ ਸੇਵਾ। ਕਿ ਜਿਹੜੇ ਤਾਂ ਅਸੀਂ ਆਪ ਹੱਥਾਂ ਪੈਰਾਂ ਨਾਲ ਘੜੇ ਹੈ, ਦੇਵਤੇ ਪੱਥਰਾਂ ਦੇ ਬਣਾਏ ਹੋਏ ਹੈ, ਉਹਨਾਂ ਦੇ ਅੱਗੇ ਤਾਂ ਅਸੀਂ ਫੁੱਲ ਪੱਤੀਆਂ ਚੜਾਉਨੇ ਹੈ, ਪਾਣੀ ਚੜਾਉਨੇ ਹੈ, ਧੂਪ ਦਿਖਾਉਨੇ ਹੈ, ਲੇਕਿਨ ਪਰਮਾਤਮਾ ਕਿਸੇ ਦਾ ਘੜਿਆ ਹੋਇਆ ਨਹੀਂਗਾ। ਉਹਦਾ ਕਿਸੇ ਨੂੰ ਪਤਾ ਹੀ ਨਹੀਂਗਾ ਕਿ ਉਹਦੀ ਪੂਜਾ ਜਾਂ ਉਹਦੀ ਸੇਵਾ ਕਿਸ ਤਰ੍ਹਾਂ ਕਰਨੀ ਹੈ। ਕਿਉਂਕਿ ਮੈਂ ਬਹੁਤ ਸਾਰੇ ਕਰਮਕਾਂਡੀ ਦੇਖੇ ਹੈ। ਮੈਂ ਖੁਦ ਵੀ ਆਪਣੀ ਜ਼ਿੰਦਗੀ 'ਚ ਕਾਫੀ ਕਰਮਕਾਂਡ ਪਿਤਾ ਪੁਰਖੀ ਕੀਤੀ ਹੋਈ ਹੈ। ਕਿਸੇ ਦਾ ਪਰਮਾਤਮਾ ਨੂੰ ਪਤਾ ਨਹੀਂ ਹੁੰਦਾਗਾ। ਅਸੀਂ ਘਰ ਅੰਦਰ ਕਦੇ ਕਿਸੇ ਦੇਵਤੇ ਅੱਗੇ ਮੱਥਾ ਟੇਕਦੇ ਹਾਂ, ਕਦੇ ਕਿਸੇ ਅੱਗੇ ਦੇਖਦੇ ਹਾਂ, ਕਦੇ ਅਸੀਂ ਸਰੋਵਰਾਂ ਤੇ ਇਸ਼ਨਾਨ ਕਰਨ ਤੁਰ ਪੈਂਦੇ ਹਾਂ, ਕਦੇ ਅਸੀਂ ਕੰਨ ਪੜਾ ਕੇ ਮੁੰਦਰਾਂ ਪਾਉਣ ਲੱਗ ਜਾਂਦੇ ਹਾਂ, ਕਦੇ ਜਿਸਮ ਦੇ ਉੱਤੇ ਭਗਵੇਂ ਕੱਪੜੇ ਪਾਉਣੇ ਸ਼ੁਰੂ ਕਰ ਦਿੰਦੇ ਹਾਂ। ਸੋ ਜੋ ਪਰਮਾਤਮਾ ਦੀ ਭਗਤੀ ਕਰਦੇ ਹੈ,
ਆਪ ਪਿਆਰ ਨਾਲ ਕਹਿੰਦੇ ਹੈ, ਇਸ ਵਾਸਤੇ ਸਾਨੂੰ ਜਨਮਾਂ ਜਨਮਾਂਤਰਾਂ ਦੀ ਮੈਲ ਲੱਗੀ ਹੈ। ਅਸੀਂ ਇੱਕ ਪਰਮਾਤਮਾ ਦੀ ਭਗਤੀ ਨਹੀਂ ਕਰਦੇ। ਸੰਤ ਆ ਕੇ ਸਾਨੂੰ ਦੱਸਦੇ ਆ ਪਰਮਾਤਮਾ ਇੱਕ ਹੈ, ਉਹਦੇ ਮਿਲਣ ਦਾ ਸਾਧਨ ਔਰ ਤਰੀਕਾ ਵੀ ਇੱਕ ਹੈ। ਜਿਸ ਨੂੰ ਵੀ ਮਿਲਿਆ ਪਰਮਾਤਮਾ ਅੰਦਰੋਂ ਮਿਲਿਆ, ਜਿਸ ਨੂੰ ਮਿਲੇਗਾ ਉਹਨੂੰ ਵੀ ਅੰਦਰੋਂ ਹੀ ਮਿਲੇਗਾ। ਅਮਰੀਕਾ ਦੇ ਰਹਿਣ ਵਾਲਿਆਂ ਦਾ ਵੀ ਪਰਮਾਤਮਾ ਉਹੀ ਹੈ ਜਿਹੜਾ ਅਫਰੀਕਾ ਦੇ ਰਹਿਣ ਵਾਲਿਆਂ ਦਾ ਹੈ। ਜੋ ਅਫਰੀਕਾ ਦੇ ਰਹਿਣ ਵਾਲਿਆਂ ਦਾ ਪਰਮਾਤਮਾ ਹੈ, ਉਹ ਯੂਰਪ ਦੇ ਰਹਿਣ ਵਾਲਿਆਂ ਦਾ ਵੀ ਹੈ, ਹਿੰਦੁਸਤਾਨ ਦੇ ਰਹਿਣ ਵਾਲਿਆਂ ਦਾ ਵੀ ਹੈ। ਜਿਸ ਤਰ੍ਹਾਂ ਤਿਲਾਂ ਦੇ ਅੰਦਰ ਤੇਲ ਹੈ, ਪੱਥਰ ਦੇ ਅੰਦਰ ਅਗਨੀ ਹੈ, ਕਬੀਰ ਸਾਹਿਬ ਕਹਿੰਦੇ ਹੈ, ਇਸੇ ਤਰ੍ਹਾਂ ਉਹ ਪਰਮਾਤਮਾ ਸਭ ਦੇ ਅੰਦਰ ਰਮਿਆ ਹੋਇਆ ਹੈ, ਸਮਾਇਆ ਹੋਇਆ ਹੈ। ਗੁਰੂ ਸਾਹਿਬ ਕਹਿੰਦੇ ਹੈ, ਦੂਜਾ ਹੋਏ ਸੋ ਉਬਰੇ ਉਕਈਆ। ਇਹ ਪਰਮਾਤਮਾ ਜੇ ਕਿਸੇ ਕੋਈ ਮੁਲਕ ਹੋਰ ਕਿਸੇ ਨੇ ਬਣਾਇਆ ਹੋਵੇ ਤਾਂ ਅਸੀਂ ਕਹਿ ਦਈਏ ਕਿ ਉਹਨਾਂ ਦਾ ਪਰਮਾਤਮਾ ਹੋਰ ਹੈ। ਜਦ ਸਭ ਕਾਇਨਾਤ ਉਸ ਪਰਮਾਤਮਾ ਨੇ ਬਣਾਈ ਹੈ, ਸਭ ਨੂੰ ਇੱਕੇ ਤਰੀਕੇ ਨਾਲ ਜਨਮ ਹੁੰਦਾ ਹੈ, ਮੌਤ ਪੈਦਾਇਸ਼ ਹੁੰਦੀ ਹੈ, ਸਭ ਦੇ ਅੰਦਰ ਖੂਨ ਪਸੀਨਾ ਉਸੇ ਤਰੀਕੇ ਨਾਲ ਹੀ ਆਉਂਦਾ ਹੈ। ਨਾਮ ਕਹਿ ਲਓ, ਅੰਦਰਲਾ ਭੇਦ ਕਹਿ ਲਓ। ਗੁਰੂ ਸਾਹਿਬ ਕਹਿੰਦੇ ਆ, ਬਿਨ ਨਾਮੇ ਹੋਰ ਪੂਜ ਨਾ ਹੋਈ, ਪਰਮ ਭੁਲੈ ਲੋਕਾਈ। ਬਿਨਾਂ ਨਾਮ ਦੀ ਭਗਤੀ ਤੋਂ ਹੋਰ ਕੋਈ ਪਰਮਾਤਮਾ ਨੂੰ ਭਗਤੀ ਮਨਜ਼ੂਰ ਹੀ ਨਹੀਂ। ਐਵੇਂ ਦੁਨੀਆ ਭਰਮ ਦੇ ਵਿੱਚ ਪੈ ਕੇ ਕੋਈ ਕਿਸੇ ਪਾਸੇ ਦੌੜਿਆ ਫਿਰਦਾ, ਕੋਈ ਕਿਸੇ ਪਾਸੇ ਦੌੜਿਆ ਫਿਰਦਾ। ਇਹੋ ਮਨ ਮੈਲਾ ਇਕ ਨਾ ਧਿਆਏ, ਅੰਤਰ ਮੈਲ ਲਾਗੀ ਬਹੁ ਦੂਜੈ ਪਾਏ। ਤਟ ਤੀਰਥ ਦੇ ਸੰਤਰ ਪਵੈ ਅਹੰਕਾਰੀ, ਹੋਰ ਵਧੇਰੇ ਹੋਮੈ ਮਲ ਲਾਵਣਿਆ। ਹੁਣ ਗੁਰੂ ਸਾਹਿਬ ਪਿਆਰ ਨਾਲ ਕਹਿੰਦੇ ਹੈ, ਜਦ ਅਸੀਂ ਇਹ ਸੋਚਦੇ ਹਾਂ ਕਿ ਸਾਡਾ ਮਨ ਨੂੰ ਮੈਲ ਲੱਗੀ ਹੈ, ਇਹ ਲਾਉਣੀ ਚਾਹੀਦੀ ਹੈ, ਅਸੀਂ ਉਸ ਮੈਲ ਨੂੰ ਲਾਉਣ ਦਾ ਕੀ ਉਪਾਅ ਕਰਦੇ ਹਾਂ। ਮੰਦਰਾਂ, ਮਸਜਿਦਾਂ, ਗੁਰਦੁਆਰਿਆਂ ਦੇ ਚੱਕਰ ਕੱਟਣੇ ਸ਼ੁਰੂ ਕਰ ਦਿੰਦੇ ਹੈ, ਤੀਰਥਾਂ ਦੇ ਉੱਤੇ ਚੱਕਰ ਕੱਟਣੇ ਸ਼ੁਰੂ ਕਰ ਦਿੰਦੇ ਹੈ, ਘਰ-ਬਾਰ ਛੱਡ ਕੇ, ਪੁੱਤਰਾਂ ਧੀਆਂ ਨੂੰ ਛੱਡ ਕੇ ਜੰਗਲਾਂ ਪਹਾੜਾਂ 'ਚ ਛੁਪ ਜਾਂਦੇ ਹੈ। ਧਨੀ ਆਦਮੀ ਧਨ ਦਾ ਸਹਾਰਾ ਲੈਂਦਾ ਹੈ, ਉਹ ਬੜਾ ਭਾਰਾ ਦਾਨ ਕਰਕੇ ਅਖਬਾਰਾਂ 'ਚ ਕਢਾਉਂਦਾ ਹੈ ਕਿ ਮੈਂ ਦਾਨਵੀਰ ਹਾਂ। ਮਨ ਮੈਲ ਲਾਉਣ ਦੀ ਬਜਾਏ ਹੰਕਾਰ ਨਾਲ ਅਸੀਂ ਹੋਰ ਮੈਲ ਲਾਉਂਦੇ ਹਾਂ। ਅੰਦਰ ਮਨ ਬੈਠਾ ਹੈ, ਬਾਰ-ਬਾਰ ਯਾਦ ਕਰਾਉਂਦਾ ਹੈ, ਤੂੰ ਇੰਨੇ ਸਰੋਵਰਾਂ ਤੋਂ ਜਾਇਆ ਹੈ, ਤੂੰ ਇਤਨੇ ਜਪ ਕਰ ਲਏ ਹੈ, ਤਪ ਕਰ ਲਏ ਹੈ, ਇਤਨੇ ਸਾਲ ਤੂੰ ਬਾਹਰ ਹੱਡ ਯੋਗ ਕੀਤਾ ਹੈ। ਕਬੀਰ ਸਾਹਿਬ ਕਹਿੰਦੇ, ਕੀਆ ਕਰਾਇਆ ਸਭ ਗਿਆ, ਜਬ ਆਇਆ ਹੰਕਾਰ। ਤਟ ਤੀਰਥ ਦੇ ਸੰਤਰ ਪਵੈ ਅਹੰਕਾਰੀ, ਹੋਰ ਵਧੇਰੇ ਹੋਮੈ ਮਲ ਲਾਵਣਿਆ। ਸਤਿ ਗੁਰ ਸੇਵੇ ਤਾਂ ਮਲ ਜਾਏ, ਜੀਵਤ ਮਰੈ ਹਰਿ ਸਿਉ ਚਿਤ ਲਾਏ। ਹੁਣ ਗੁਰੂ ਸਾਹਿਬ ਸਿਰਫ ਸਾਡੇ ਤੇ ਤਰਸ ਹੀ ਨਹੀਂ ਖਾਂਦੇ ਗੇ, ਬਲਕਿ ਇਸ ਚੋਂ ਨਿਕਲਣ ਦਾ ਸਾਧਨ ਔਰ ਤਰੀਕਾ ਵੀ ਦੱਸਦੇ ਹੈ ਕਿ ਕਿਸ ਤਰ੍ਹਾਂ ਇਸ ਅਸੀਂ ਮੈਲ ਨੂੰ ਲਾਉਣਾ ਹੈ। ਜੋ ਸਤਿਗੁਰੂ ਸਾਨੂੰ ਰਸਤਾ ਦੱਸਦੇ ਹੈ, ਸਿਮਰਨ ਦੇ ਜਰੀਏ ਫੈਲੇ ਹੋਏ ਖਿਆਲ ਨੂੰ ਅੱਖਾਂ ਦੇ ਪਿੱਛੇ ਲਿਆ ਕੇ ਸ਼ਬਦ ਦੇ ਨਾਲ ਜੋੜਨਾ ਹੈ। ਹੁਣ ਆ ਪਿਆਰ ਨਾਲ ਕਹਿੰਦੇ ਹੈ ਕਿ ਮਹਾਤਮਾ ਵਾਰ-ਵਾਰ ਸਾਨੂੰ ਕਹਿੰਦੇ ਹੈ ਕਿ ਜਿੰਨਾ ਚਿਰ ਤੁਸੀਂ ਜਿੰਦੇ ਜੀ ਮਰ ਨਹੀਂ ਜਾਂਦੇਗੇ, ਉਹਨਾਂ ਚਿਰ ਤੁਸੀਂ ਆਪਣੇ ਘਰ ਵਾਪਸ ਸੱਚਖੰਡ ਜਾ ਨਹੀਂ ਸਕਦੇਗੇ। ਜਿੰਦੇ ਜੀ ਤੋਂ ਮਰਨ ਦਾ ਭਾਵ ਮਹਾਤਮਾ ਦਾ ਇਹ ਨਹੀਂ ਕਿ ਅਸੀਂ ਆਤਮਘਾਤ ਕਰ ਲੈਣਾ ਹੈ ਔਰ ਆਪ ਦਾ ਮੌਤ ਤੋਂ ਜਿੰਦੇ ਜੀ ਮਰਨ ਦਾ ਭਾਵ ਹੈ ਕਿ ਜਦੋਂ ਮੌਤ ਆਉਂਦੀ ਹੈ, ਪਹਿਲਾਂ ਸਾਡੇ ਹੱਥ ਪੈਰ ਠੰਡੇ ਹੁੰਦੇ ਆ, ਤਾਂ ਠੰਡਾ ਹੁੰਦਾ ਹੈ, ਆਤਮਾ ਸਰੀਰ ਨੂੰ ਛੱਡ ਕੇ ਅਲੱਗ ਹੋ ਜਾਂਦੀ ਹੈ, ਮੁੜ ਕੇ ਉਹ ਸਰੀਰ ਦੇ ਅੰਦਰ ਵਾਪਸ ਨਹੀਂ ਆਉਂਦੀਗੀ। ਅਸੀਂ ਕਹਿੰਦੇ ਇਹ ਮਰ ਗਿਆ ਹੈ। ਇਸੇ ਤਰ੍ਹਾਂ ਅਭਿਆਸੀ ਦੇ ਪਹਿਲਾਂ
ਪੈਰ ਸੌਣੇ ਸ਼ੁਰੂ ਹੁੰਦੇ ਹੈ, ਇਸੇ ਤਰ੍ਹਾਂ ਗੋਡੇ, ਲੱਤਾਂ, ਸਭ ਕੁਝ ਸਰੀਰ। ਆਖਰ ਅਸੀਂ ਜਿਵੇਂ ਜਿਵੇਂ ਸ਼ਬਦ ਦਾ ਰੋਜ਼-ਰੋਜ਼ ਅਭਿਆਸ ਕਰਦੇ ਹਾਂ ਔਰ ਉਸੇ ਤਰ੍ਹਾਂ ਸਾਡੀ ਆਤਮਾ ਸਰੀਰ ਦੇ ਉੱਪਰ ਨੂੰ ਜਾਂਦੀ ਹੈ। ਜਦੋਂ 9 ਦੁਆਰੇ ਖਾਲੀ ਕਰਕੇ ਅੱਖਾਂ ਪਿੱਛੇ ਆ ਜਾਂਦੇ ਹੈ, ਉਦੋਂ ਇਸ ਨੂੰ ਮਹਾਤਮਾ ਜਿੰਦੇ ਜੀ ਮਰਨਾ ਕਹਿੰਦੇ ਹੈ। ਜਿਸ ਅਭਿਆਸੀ ਦਾ ਇਹ ਅਭਿਆਸ ਪੱਕ ਜਾਂਦਾ ਹੈ, ਪ੍ਰੈਕਟਿਸ ਹੋ ਜਾਂਦੀ ਹੈ, ਉਹ ਜਦ ਚਾਹੇ ਸਰੀਰ ਨੂੰ ਖਾਲੀ ਕਰਕੇ ਉੱਪਰ ਜਾ ਸਕਦਾ ਹੈ, ਜਦ ਚਾਹੇ ਸਰੀਰ ਦੇ ਅੰਦਰ ਆ ਸਕਦਾ ਹੈ। ਕਬੀਰ ਸਾਹਿਬ ਕਹਿੰਦੇ, ਸੋਏ ਜਾਗੇ ਰਹੇ ਉਤਾਣੇ, ਕਹੇ ਕਬੀਰ ਹਮ ਵੋਹੀ ਟਿਕਾਣੇ। ਬੁੱਲੇ ਸ਼ਾਹ ਕਹਿੰਦਾ, ਨਿਤ ਨਿਤ ਮਰਾਂ ਤੇ ਨਿਤ ਨਿਤ ਜੀਆਂ, ਮੇਰਾ ਨਿਤ ਨਿਤ ਕੂਚ ਮਕਾਨ। ਸੰਤ ਮਹਾਤਮਾ ਸਾਨੂੰ ਗ੍ਰੰਥਾਂ ਪੋਥੀਆਂ ਚੋਂ ਐਸੀ ਸਿੱਖਿਆ ਨਹੀਂ ਦਿੰਦੇ ਗੇ, ਉਹਨਾਂ ਨੇ ਜ਼ਿੰਦਗੀ ਦੇ ਵਿੱਚ ਇਹ ਪ੍ਰੈਕਟਿਸ ਕਰੀ ਹੁੰਦੀ ਹੈ। ਮੈਂ ਇੱਕ ਸ਼ਬਦ ਦੇ ਵਿੱਚ ਬੋਲਿਆ ਹੈ ਕਿ ਰੰਗ ਰਲੀਆਂ ਮਾਣਦਿਆਂ ਪੜਦੇ ਨਾ ਖੁੱਲਦੇ, ਕਰਨੀ ਪਵੇ ਕਮਾਈ। ਗੁਰੂ ਨਾਨਕ ਕਹਿੰਦੇ, ਗੱਲੀ ਕਿਨੇ ਨਾ ਪਾਇਆ, ਇਹ ਗੱਲਾਂ ਦਾ ਮਜਬੂਨ ਨਹੀਂ, ਇਹ ਕਰਨੀ ਦਾ ਮਜਬੂਨ ਹੈ। ਸਤ ਗੁਰ ਸੇਵੇ ਤਾਂ ਮਲ ਜਾਏ, ਜੀਵਤ ਮਰੈ ਹਰਿ ਸਿਉ ਚਿਤ ਲਾਏ। ਹਰ ਨਿਰਮਲ ਸਚ ਮੈਲ ਨ ਲਾਗੈ, ਸਚ ਲਾਗੈ ਮੈਲ ਗਵਾਵਣੀਆਂ। ਉਹ ਪ੍ਰਮਾਤਮਾ ਨਿਰਮਲ ਹੈ, ਪਿਓਰ ਹੈ, ਪਵਿੱਤਰ ਹੈ ਔਰ ਜਦ ਅਸੀਂ ਉਹਦੀ ਭਗਤੀ ਕਰਕੇ ਉਹਦੇ ਵਿੱਚ ਸਮਾ ਜਾਂਦੇ ਹਾਂ, ਸਾਡੀ ਆਤਮਾ ਵੀ ਪਿਓਰ ਔਰ ਪਵਿੱਤਰ ਹੋ ਜਾਂਦੀ ਹੈ। ਗੁਰੂ ਅਮਰਦੇਵ ਜੀ ਮਹਾਰਾਜ ਕਹਿੰਦੇ, ਸ਼ਬਦ ਮਰੇ ਮਨ ਨਿਰਮਲ ਸੰਤੋ, ਇਹ ਪੂਜਾ ਥਾਏ ਪਾਈ। ਇਹ ਭਗਤੀ ਸਾਡੀ ਪ੍ਰਮਾਤਮਾ ਮਨਜ਼ੂਰ ਕਰਦਾ ਹੈ ਜਦੋਂ ਅਸੀਂ ਸ਼ਬਦ ਦੇ ਵਿੱਚ ਮਰ ਜਾਂਦੇ ਹਾਂ, ਸ਼ਬਦ ਦੇ ਵਿੱਚ ਹੀ ਜੀ ਉੱਠਦੇ ਹਾਂ। ਹਰ ਨਿਰਮਲ ਸੱਚ ਮੈਲ ਨ ਲਾਗੈ, ਸੱਚ ਲਾਗੈ ਮੈਲ ਗਵਾਵਣੀਆਂ। ਬਾਜ ਗੁਰੂ ਹੈ ਅੰਧ ਗੁਬਾਰਾ, ਅਗਿਆਨੀ ਅੰਧਾ ਅੰਧ ਅੰਧੇਰਾ। ਹੁਣ ਆ ਪਿਆਰ ਨਾਲ ਕਹਿੰਦੇ ਹੈ ਕਿ ਸਾਨੂੰ ਜੰਮਣ ਤੋਂ ਲੈ ਕੇ ਆਖਰੀ ਜ਼ਿੰਦਗੀ ਦੇ ਹਿੱਸੇ ਤੱਕ ਗੁਰੂ ਦੀ ਜ਼ਰੂਰਤ ਪੈਂਦੀ ਹੈ। ਪਹਿਲਾਂ ਗੁਰੂ ਦਾ ਕੰਮ ਮਾਤਾ ਪਿਤਾ ਕਰਦੇ ਹੈ, ਫਿਰ ਭੈਣ ਭਰਾ ਸਾਨੂੰ ਗੁਰੂ ਦਾ ਕੰਮ ਕਰਦੇ ਹੈ, ਤੁਰਨਾ ਸਿਖਾਉਂਦੇ ਹੈ ਔਰ ਹੋਰ ਮਦਦ ਕਰਦੇ ਹੈ। ਫਿਰ ਸਾਨੂੰ ਸਕੂਲਾਂ ਦੇ ਵਿੱਚ ਟੀਚਰ ਗੁਰੂ ਦਾ ਕੰਮ ਕਰਦੇ ਹੈ। ਲੇਕਿਨ ਜਦ ਰੂਹਾਨੀਅਤ ਦਾ ਮਸਲਾ ਆਉਂਦਾ ਹੈ, ਜਿਹੜਾ ਕਿ ਬਹੁਤ ਹੀ ਗੁੰਝਲਦਾਰ ਹੈ, ਪਸ਼ੀਦਾ ਹੈ, ਜਿਹਨੂੰ ਅਸੀਂ ਹੱਲ ਕਰ ਹੀ ਨਹੀਂ ਸਕਦੇ ਗੇ ਆਪਣੇ ਆਪ, ਇੱਥੇ ਆ ਕੇ ਅਸੀਂ ਸਭ ਕੌਮਾਂ ਦੇ ਲੋਕ, ਮੁਲਕਾਂ ਦੇ ਲੋਕ ਭੁੱਲ ਜਾਂਦੇ ਹਾਂ ਕਿ ਸਾਨੂੰ ਹੁਣ ਗੁਰੂ ਦੀ ਜ਼ਰੂਰਤ ਨਹੀਂ। ਜਿਸ ਮਹਾਤਮਾ ਦੀ ਆਪਾਂ ਬਾਣੀ ਪੜ੍ਹ ਰਹੇ ਹਾਂ, ਗੁਰੂ ਅਮਰਦੇਵ ਜੀ ਮਹਾਰਾਜ ਨੇ 72 ਸਾਲ ਤੱਕ ਬੜਾ ਕਰਮ ਕਾਂਡ ਕੀਤਾ, ਤੀਰਥਾਂ ਤੇ ਇਸ਼ਨਾਨ ਕੀਤੇ ਸਨ ਔਰ ਜਦ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਚਰਨਾਂ ਵਿੱਚ ਆਏ, ਫਿਰ ਆਪ ਨੂੰ ਪਤਾ ਲੱਗਿਆ ਕਿ ਗੁਰੂ ਕੀ ਚੀਜ਼ ਹੈ। ਹੁਣ ਆਪ ਕਹਿੰਦੇ ਆ, ਬਗੈਰ ਗੁਰੂ ਤੋਂ ਅਗਿਆਨ ਦਾ ਪਰਦਾ ਅੱਖਾਂ ਅੱਗੋਂ ਦੂਰ ਨਹੀਂ ਹੁੰਦਾ, ਅਗਿਆਨ ਦਾ ਅੰਧੇਰਾ ਦੂਰ ਨਹੀਂ ਹੁੰਦਾ। ਅਸੀਂ ਅੰਨੇ ਹੈ ਔਰ ਅੰਧੇਰੀ ਜਗ੍ਹਾ ਦੇ ਵਿੱਚ ਅਸੀਂ ਫਸੇ ਹੋਏ ਹਾਂ। ਬਾਜ ਗੁਰੂ ਹੈ ਅੰਧ ਗੁਬਾਰਾ, ਅਗਿਆਨੀ ਅੰਧਾ ਅੰਧ ਅੰਧੇਰਾ। ਬੜਾ ਪਿਆਰ ਨਾਲ ਕਹਿੰਦੇ ਆ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਬੁੱਲੇ ਸ਼ਾਹ ਨੇ ਕਿਹਾ ਸੀਗਾ ਕਿ ਸਾਡਾ ਉੱਥੇ ਵਾਸਾ ਜਿੱਥੇ ਬਹੁਤੇ ਅੰਨੇ, ਨਾ ਸਾਡੀ ਕੋਈ ਕਦਰ ਪਛਾਣੇ, ਨਾ ਸਾਨੂੰ ਕੋਈ ਮੰਨੇ। ਅਸੀਂ ਖੁਦ ਅੰਨੇ ਹਾਂ,
ਦੇ ਅਗਿਆਨਤਾ ਦੇ ਵਿੱਚ ਅਸੀਂ ਫਸੇ ਹੋਏ ਹਾਂ। ਪੰਡਤ ਹੈ, ਮੁੱਲਾ ਹੈ, ਭਾਈ ਹੈ, ਸਾਰੇ ਇਸ ਸ਼੍ਰੇਣੀ ਵਿੱਚ ਆ ਜਾਂਦੇ ਹੈ ਜਿਨ੍ਹਾਂ ਤੋਂ ਅਸੀਂ ਜਾ ਕੇ ਅੰਧੇਰਾ ਦੂਰ ਕਰਨਾ ਚਾਹੁੰਦੇ ਹੈ, ਉਹ ਖੁਦ ਅਗਿਆਨਤਾ ਦੇ ਅੰਧੇਰੇ ਵਿੱਚ ਫਸੇ ਹੁੰਦੇ ਹੈ। ਬਾਜ ਗੁਰੂ ਹੈ ਅੰਧ ਗੁਬਾਰਾ, ਅਗਿਆਨੀ ਅੰਧਾ ਅੰਧ ਅੰਧੇਰਾ। ਬਿਸਟਾ ਕੇ ਕੀੜੇ ਬਿਸਟਾ ਕਮਾਵੇ, ਫਿਰ ਬਿਸਟਾ ਮਾਹੀ ਪਚਾਵਣੀਆਂ। ਦਿਲ 'ਚ ਖਿਆਲ ਆਉਂਦਾ ਹੈ ਕਿ ਸਾਨੂੰ ਸੰਤ ਇੰਨੇ ਸਖਤ ਲਫ਼ਜ਼ ਕਿਉਂ ਬੋਲਦੇ ਹੈ, ਕਿਉਂ ਬਿਸ਼ਟਾ ਦੇ ਕੀੜੇ ਕਹਿੰਦੇ ਹੈ। ਇਹ ਸਾਡੇ ਤੇ ਅਫਸੋਸ ਕਰਦੇ ਹੈ, ਪਿਆਰ ਨਾਲ ਸਮਝਾਉਂਦੇ ਹੈ। ਸਾਨੂੰ ਪਤਾ ਹੀ ਹੈ ਕਿ ਜਦੋਂ ਕੋਈ ਸਰਜਣ ਕਿਸੇ ਦਾ ਚੀਰ ਫਾੜ ਕਰਦਾ ਹੈ, ਉਹ ਨਹੀਂ ਚਾਹੁੰਦਾਗਾ ਕਿ ਕਿਸੇ ਇਹਦੇ ਅੰਦਰ ਗੰਦ ਰਹਿ ਜਾਵੇ, ਫਿਰ ਇਸ ਨੂੰ ਕਸ਼ਟ ਭੋਗਣਾ ਪਏ। ਇਸੇ ਤਰ੍ਹਾਂ ਸੰਤ ਮਹਾਤਮਾ ਜਦੋਂ ਬਾਣੀ ਲਿਖਦੇ ਹੈ, ਉਹ ਇਹ ਲਿਹਾਜ਼ ਨਹੀਂ ਕਰਦੇਗੇ ਕਿ ਦੁਨੀਆ ਬੁਰਾ ਮਨਾਏਗੀ, ਲੇਕਿਨ ਉਹ ਕਹਿੰਦੇ ਹੈ ਕਿ ਇਹਨਾਂ ਦੇ ਅੰਦਰ ਕੋਈ ਵੀ ਭਰਮ ਜਾਂ ਕੋਈ ਵੀ ਸ਼ੱਕ ਨਾ ਰਹਿ ਜਾਵੇ। ਮਾਂ ਦੇ ਪੇਟ ਅੰਦਰ ਗੰਦ ਹੀ ਭਰਿਆ ਹੁੰਦਾ ਹੈ, ਜਿੱਥੇ ਇਸ ਦੀ ਪਰਵਿਸ਼ ਹੁੰਦੀ ਹੈ। ਜਦ ਜਨਮ ਲੈਂਦਾ ਹੈ, ਸੰਸਾਰ ਵਿੱਚ ਬੜਾ ਹੁੰਦਾ ਹੈ, ਫਿਰ ਵੀ ਗੰਦ ਨਾਲ, ਵਿਸ਼ੇ ਬਕਾਰਾਂ ਦੇ ਨਾਲ ਹੀ ਇਹ ਪਿਆਰ ਕਰਦਾ ਹੈ। ਫਿਰ ਜਾ ਕੇ ਗੰਦ ਦੇ ਵਿੱਚ ਹੀ ਫਿਰ ਜਨਮ ਲੈ ਲੈਂਦਾ, ਉੱਥੇ ਜਿੱਥੋਂ ਆਇਆ ਸੀ ਉੱਥੇ ਫਿਰ ਜਾ ਵੜਦਾ ਹੈ। ਜਿਵੇਂ ਗੰਦੀ ਨਾਲੀ ਦਾ ਕੀੜਾ, ਉਹ ਫਿਰ ਉੱਥੇ ਹੀ ਜਨਮ ਲੈਂਦਾ, ਉੱਥੇ ਹੀ ਮਰਦਾ ਹੈ। ਬਿਸਟਾ ਕੇ ਕੀੜੇ ਬਿਸਟਾ ਕਮਾਵੇ, ਫਿਰ ਬਿਸਟਾ ਮਾਹੀ ਪਚਾਵਣੀਆਂ। ਮੁਕਤੇ ਸੇਵੇ ਮੁਕਤਾ ਹੋਵੇ, ਹੋਮੈ ਮਮਤਾ ਸ਼ਬਦੇ ਖੋਵੈ। ਹੁਣ ਗੁਰੂ ਸਾਹਿਬ ਸਾਨੂੰ ਨਿਕਲਣ ਦਾ ਸਾਧਨ ਔਰ ਤਰੀਕਾ ਦੱਸਦੇ ਆ। ਕੀ ਕਰਦੇ ਹੈ? ਜਿਸ ਨੇ ਸ਼ਬਦ ਨਾਮ ਦੀ ਕਮਾਈ ਕਰਕੇ ਮੁਕਤੀ ਹਾਸਲ ਕਰ ਲਈ ਹੈ, ਅਗਰ ਉਸ ਦੇ ਨਾਲ ਅਸੀਂ ਬੈਠ ਕੇ ਅਭਿਆਸ ਕਰਦੇ ਹਾਂ, ਉਹਦੇ ਦੱਸੇ ਉੱਤੇ ਉਪਦੇਸ਼ ਤੇ ਚੱਲਦੇ ਹਾਂ, ਸਾਨੂੰ ਵੀ ਮੁਕਤੀ ਮਿਲ ਜਾਂਦੀ ਹੈ। ਸਾਡੇ ਅੰਦਰੋਂ ਵੀ ਸ਼ਬਦ ਨਾਮ ਦੀ ਕਮਾਈ ਕਰਕੇ ਹਉਮੈ ਔਰ ਹੰਕਾਰ ਨਿਕਲ ਜਾਂਦਾ ਹੈ। ਮੁਕਤਾ ਸੇਵੈ ਮੁਕਤੇ ਹੋਵੈ, ਹਉਮੈ ਮਮਤਾ ਸ਼ਬਦੇ ਖੋਵੈ। ਮੁਕਤੇ ਸੇਵੇ ਮੁਕਤਾ ਹੋਵੇ, ਹਉਮੈ ਮਮਤਾ ਸ਼ਬਦੇ ਸੇਵੇ। ਅਨ ਦਿਨ ਹਰ ਜਿਉ ਸੱਚਾ ਸੇਵੀ, ਪੂਰੇ ਭਾਗ ਗੁਰ ਪਾਵਣੀਆਂ। ਫਿਰ ਕੀ ਹੁੰਦਾ ਹੈ? ਸੁੱਤੇ ਜਾਗਦੇ ਉੱਠਦੇ ਬੈਠਦੇ ਸਾਡਾ ਖਿਆਲ ਉਹ ਸ਼ਬਦ ਦੇ ਨਾਲ, ਨਾਮ ਦੇ ਨਾਲ ਲੱਗ ਜਾਂਦਾ ਹੈ। ਅਨ ਦਿਨ ਹਰ ਜਿਉ ਸੱਚਾ ਸੇਵੀ, ਪੂਰੇ ਭਾਗ ਗੁਰ ਪਾਵਣੀਆਂ। ਆਪੇ ਬਖਸ਼ੇ ਮੇਲ ਮਿਲਾਏ, ਪੂਰੇ ਗੁਰ ਤੇ ਨਾਮ ਨਿਧ ਪਾਏ। ਜਦੋਂ ਅਸੀਂ ਧਰਮ ਗ੍ਰੰਥ ਪੜ੍ਹਦੇ ਹਾਂ, ਸਤਸੰਗ ਸੁਣਦੇ ਹਾਂ, ਦਿਲ ਦੇ ਵਿੱਚ ਖਿਆਲ ਆਉਂਦਾ ਹੈ ਕਿ ਨਾਮ ਲੈਣਾ ਕੀ ਮੁਸ਼ਕਿਲ ਹੈ, ਸਤਸੰਗ ਦੇ ਅੰਦਰ ਜਾਣਾ ਕੀ ਮੁਸ਼ਕਿਲ ਹੈ। ਮਹਾਤਮਾ ਨੇ ਕਿਹੜਾ ਨਾਮ ਦੀ ਫੀਸ ਰੱਖੀ ਹੈ, ਲੇਕਿਨ ਨਹੀਂ। ਗੁਰੂ ਅਮਰਦੇਵ ਜੀ ਮਹਾਰਾਜ ਕਹਿੰਦੇ ਆ, ਇਹ ਸਭ ਕੁਝ ਪਰਮਾਤਮਾ ਨੇ ਆਪਦੇ ਹੱਥ ਵਿੱਚ ਰੱਖਿਆ ਹੈ। ਕਿਸ ਨੂੰ ਮੈਂ ਹੁਣ ਸੰਸਾਰ ਦੇ ਜੰਮਣ ਮਰਨ ਦੇ ਦੁੱਖਾਂ ਵਿੱਚ ਨਹੀਂ ਪਾਉਣਾ, ਕਿਸ ਨੂੰ ਮੈਂ ਆਪਦੇ ਘਰ ਵਾਪਸ ਬੁਲਾਉਣਾ ਹੈ।
ਜਿਨ੍ਹਾਂ ਮਹਾਤਮਾ ਦੀਆਂ ਅੱਖਾਂ ਖੁੱਲੀਆਂ, ਗੁਰੂ ਅਮਰਦੇਵ ਜੀ ਮਹਾਰਾਜ ਕਹਿੰਦੇ ਇਹ ਸਭ ਪਰਮਾਤਮਾ ਆਪ ਹੀ ਮੇਲ ਮਿਲਾਉਂਦਾ ਹੈ, ਆਪ ਹੀ ਉਹ ਸਭ ਖਜ਼ਾਨਿਆਂ ਦਾ ਮਾਲਕ ਨਾਮ ਉਹਨਾਂ ਦੇ ਜਰੀਏ ਮਨ ਵਿੱਚ ਵਸਾਉਂਦਾ ਹੈ। ਜਿਸ ਭੁਲਾਏ ਸੋਈ ਭੂਲੈ, ਸੋ ਬੂਝੈ ਜਿਸੇ ਬੁਝਾਏਂਦਾ। आपे बख्शे मेल मिलाए, पूरे गुर ते नाम निध पाए। सचे नाम सदा मन सच्चा, सच सेवे दुख गवावनिया। सदा हजूर दूर ना जानो, गुर शब्दी हर अंतर पछाणो। ਹੁਣ ਅਸੀਂ ਸੋਚਦੇ ਹਾਂ ਕਿ ਉਹ ਪਰਮਾਤਮਾ ਜਾਂ ਤਾਂ ਕਿਸੇ ਸਮੁੰਦਰ ਦੀ ਤਹਿ 'ਚ ਬੈਠਾ ਹੈ, ਜਾਂ ਪਹਾੜਾਂ ਦੇ ਉੱਤੇ ਬੈਠਾ ਹੈ, ਜਾਂ ਕਿਸੇ ਖਾਸ ਸਵਰਨ ਮੰਦਰ ਦੇ ਅੰਦਰ ਬੈਠਾ ਹੈ, ਜਾਂ ਕਿਸੇ ਖਾਸ ਚਰਚ ਦੇ ਅੰਦਰ ਉਹ ਬੈਠਾ ਹੈ। ਅਸੀਂ ਕਹਿ ਦਿੰਦੇ ਹਾਂ ਕਿ ਪਰਮਾਤਮਾ ਹਰ ਜਗ੍ਹਾ ਵਿਆਪਕ ਹੈ, ਹਰ ਇੱਕ ਅੰਦਰ ਪਰਮਾਤਮਾ ਵਸਦਾ ਹੈ। ਇਹ ਸਿਰਫ ਅਸੀਂ ਜਵਾਨੀ ਕਹਿ ਦਿੰਦੇ ਹਾਂ। ਕਦੇ ਸੋਚਿਆ ਹੈ ਕਿਸ ਤਰ੍ਹਾਂ ਅਸੀਂ ਮਨ ਦੇ ਮਗਰ ਲੱਗ ਕੇ ਭਰਾ ਭਰਾ ਨੂੰ ਕਤਲ ਕਰਦਾ ਹੈ, ਕੌਮ ਕੌਮ ਨੂੰ ਕਤਲ ਕਰਨ ਤੇ ਤੁਲੀ ਪਈ ਹੈ, ਇੱਕ ਮੁਲਕ ਦੂਸਰੇ ਤੇ ਤੋਪਾਂ ਕਸੀ ਬੈਠਾ ਹੈ। ਤੁਸੀਂ ਦੇਖ ਲਓ, ਅਖਬਾਰ ਪੜ੍ਹ ਕੇ, ਰੇਡੀਓ ਸੁਣ ਕੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਮਨ ਉਂਗਲੀਆਂ ਤੇ ਨਚਾ ਰਿਹਾ ਹੈ। ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਪਰਮਾਤਮਾ ਹਰ ਇੱਕ ਦੇ ਵਿੱਚ ਹੈ, ਤਾਂ ਫੇਰ ਅਸੀਂ ਕਿਸੇ ਨੂੰ ਕਤਲ ਕਰਦੇ ਹਾਂ, ਮਾਰਦੇ ਹਾਂ, ਬੁਰਾ ਭਲਾ ਕਹਿੰਦੇ ਹਾਂ। ਕੀ ਅਸੀਂ ਉਸ ਪਰਮਾਤਮਾ ਨੂੰ ਕਤਲ ਕਰਨੇ ਲੱਗੇ ਹੋਏ? ਕੀ ਅਸੀਂ ਉਸ ਪਰਮਾਤਮਾ ਦਾ ਮਜ਼ਾਕ ਨਹੀਂ ਉਡਾਉਣ ਲੱਗੇ ਪਏ? ਮਹਾਰਾਜ ਕਿਰਪਾਲ ਕਹਿੰਦੇ ਹੁੰਦੇ ਸਨ, ਜੋ ਲੋਕ ਇਹ ਕਹਿੰਦੇ ਆ ਕਿ ਅਸੀਂ ਪਰਮਾਤਮਾ ਨਾਲ ਪਿਆਰ ਕਰਦੇ ਹਾਂ, ਇਨਸਾਨਾਂ ਨਾਲ ਨਫ਼ਰਤ ਕਰਦੇ ਹੈ, ਇਹ ਉਹਨਾਂ ਦਾ ਕਹਿਣਾ ਗਲਤ ਹੈ। ਜਿਨ੍ਹਾਂ ਦਾ ਪਰਮਾਤਮਾ ਨਾਲ ਪਿਆਰ ਹੈ, ਉਹਨਾਂ ਦਾ ਪਰਮਾਤਮਾ ਦੀ ਸਾਜੀ ਹੋਈ ਖਿਲਕਤ ਦੇ ਨਾਲ ਵੀ ਪਿਆਰ ਹੈ। ਗੁਰੂ ਸਾਹਿਬ ਕਹਿੰਦੇ ਆ, ਸਦਾ ਹਜੂਰ ਦੂਰ ਨਾ ਜਾਣੋ, ਗੁਰ ਸ਼ਬਦੀ ਹਰ ਅੰਤਰ ਪਛਾਣੋ। सदा हजूर दूर ना जानो, गुर शब्दी हर अंतर पछाणो। नानक नाम मिले वड्याई, पूरे गुर ते पावनिया। ਗੁਰੂ ਸਾਹਿਬ ਨੇ ਜਿੱਥੋਂ ਸ਼ਬਦ ਸ਼ੁਰੂ ਕੀਤਾ ਸੀ ਕਿ ਚਾਰ ਖਾਣੀਆਂ ਚਾਰ ਬਾਣੀਆਂ ਹੈ, ਇਹਨਾਂ ਨੂੰ ਨਾਮ ਦੀ ਖਬਰ ਨਹੀਂ। ਦੁਨੀਆ ਰਚਨਾ ਕਰਨ ਵਾਲੇ ਨੂੰ ਭੁੱਲ ਗਈ ਹੈ, ਰਚਨਾ ਨਾਲ ਪਿਆਰ ਪਾ ਕੇ ਬੈਠ ਗਈ ਹੈ। ਆਪ ਕਹਿਣ ਲੱਗੇ ਪਰਮਾਤਮਾ ਦੇ ਦਰਬਾਰ ਵਿੱਚ ਕਿਹਨਾਂ ਨੂੰ ਜਗ੍ਹਾ ਮਿਲਦੀ ਹੈ, ਕਿਹਨਾਂ ਨੂੰ ਵਡਿਆਈ ਮਿਲਦੀ ਹੈ? ਜੋ ਸ਼ਬਦ ਨਾਮ ਦੀ ਕਮਾਈ ਕਰਦੇ ਆ, ਕਿਉਂਕਿ ਨਾਮ ਤੋਂ ਬਗੈਰ ਕਿਸੇ ਨੂੰ ਉਸ ਦਰਗਾਹ ਦੇ ਅੰਦਰ ਦਾਖਲ ਹੋਣ ਦੀ ਇਜਾਜ਼ਤ ਹੀ ਨਹੀਂ। ਛੋਟੇ ਜਿਹੇ ਸ਼ਬਦ ਦੇ ਅੰਦਰ ਗੁਰੂ ਸਾਹਿਬ ਨੇ ਬੜੇ ਪਿਆਰ ਨਾਲ ਦੱਸਿਆ ਕਿ ਮੁਕਤੀ ਨਾਮ ਵਿੱਚ ਹੈ, ਨਾਮ ਸੰਤਾਂ ਤੋਂ ਮਿਲਦਾ ਹੈ। ਔਰ ਜਦ ਅਸੀਂ ਉਸ ਨਾਮ ਦੀ ਕਮਾਈ ਕਰਦੇ ਹਾਂ, ਅਸੀਂ ਵੀ ਮੁਕਤੀ ਪ੍ਰਾਪਤ ਕਰ ਲੈਂਦੇ ਹਾਂ। ਸਾਡਾ ਵੀ ਫਰਜ਼ ਬਣਦਾ ਹੈ ਕਿ ਸ਼ਬਦ ਨਾਮ ਦੀ ਕਮਾਈ ਕਰੀਏ, ਆਲਸ ਨਾ ਕਰੀਏ, ਆਪਦੀ ਜ਼ਿੰਦਗੀ ਨੂੰ ਪਵਿੱਤਰ ਬਣਾਈਏ। महाराज जी, क्या आप अपने मौज को, अपनी इच्छा को गुरु के प्रति समर्पित करने के बारे में कुछ बताएंगे? अपने आप को गुरु के प्रति समर्पित करने में
क्या क्या रुकावटें आती हैं? हाँ भाई, ਸਭ ਤੋਂ ਪਹਿਲਾਂ ਤਾਂ ਸਾਡਾ ਮਨ ਦੀਵਾਰ ਬਣ ਕੇ ਅੱਗੇ ਖੜ ਜਾਂਦਾ ਹੈ। ਇਹ ਹੰਕਾਰ ਨੂੰ ਪੈਦਾ ਕਰਦਾ ਹੈ। ਹੋਰ ਵੀ ਬਹੁਤ ਸਾਰੇ ਇਸ ਦੇ ਹਥਿਆਰ ਹਨ ਮਨ ਦੇ। ਕਾਮ ਹੈ, ਕ੍ਰੋਧ ਹੈ, ਲੋਭ ਹੈ, ਮੋਹ ਹੰਕਾਰ ਹੈ, ਮਾਨ ਵਡਿਆਈ ਹੈ, ਜਿਹੜੀ ਕਿ ਰੁਕਾਵਟ ਬਣ ਕੇ ਖੜ ਜਾਂਦੀ ਹੈ। ਆਪਣਾ ਆਪ ਗੁਰੂ ਨੂੰ ਸੌਂਪਣਾ ਬੜਾ ਹੀ ਮੁਸ਼ਕਿਲ ਹੁੰਦਾ ਹੈ। ਮੈਂ ਦੱਸਦਾ ਹੁੰਦਾ ਕਿਸ ਤਰ੍ਹਾਂ 40 ਦਿਨਾਂ ਦੇ ਬੱਚੇ ਵਰਗਾ ਬਣ ਕੇ ਜ਼ਿੰਦਗੀ ਬਿਤਾਉਣੀ ਪੈਂਦੀ ਹੈ, ਕਿਉਂਕਿ ਉਸ ਬੱਚੇ ਨੂੰ ਪਤਾ ਹੀ ਨਹੀਂ ਹੁੰਦਾ ਕਿ ਮੇਰਾ ਕਿਸੇ ਨਾਲ ਈਰਖ ਹੈ, ਦੁਆਇਤ ਹੈ, ਉਹ ਚਲਾਉਣਾ ਜਾਣਦਾ ਹੈ। ਇੱਥੋਂ ਤੱਕ ਉਸ ਬੱਚੇ ਨੂੰ ਆਪਦੀ ਮਾਤਾ ਪ੍ਰਤੀ ਪਿਆਰ ਹੁੰਦਾ ਹੈ। ਉਹ ਬੋਲ ਨਹੀਂ ਸਕਦਾ, ਦੱਸ ਨਹੀਂ ਸਕਦਾ ਕਿ ਤੂੰ ਮੇਰੀ ਮਾਤਾ ਹੈ। ਸਿਰਫ ਉਸ ਦੀ ਆਵਾਜ਼ ਨਾਲ ਹੀ ਸਮਝ ਲੈਂਦਾ ਹੈ। ਅਗਰ ਉਹ ਤੁਰੀ ਜਾਂਦੀ ਹੋਵੇ, ਉਹਦੀ ਪੈੜ ਚਾਲ ਨੂੰ ਬੱਚਾ ਪਛਾਣ ਲੈਂਦਾ ਹੈ। ਇਸੇ ਤਰ੍ਹਾਂ ਜਦ ਅਸੀਂ ਆਪਣੇ ਆਪ ਨੂੰ ਛੱਡ ਕੇ ਗੁਰੂ ਦੇ ਹਵਾਲੇ ਕਰ ਦਿੰਦੇ ਹਾਂ, ਗੁਰੂ ਵਿੱਚ ਸਮਾ ਜਾਂਦੇ ਹਾਂ, ਅਸੀਂ ਉਹ ਬੱਚੇ ਦੀ ਤਰ੍ਹਾਂ ਇਹ ਨਹੀਂ ਦੇਖਦੇ ਕਿ ਗੁਰੂ ਪਾਸ ਹੈ ਜਾਂ ਨਹੀਂ ਹੈ। ਜਿਵੇਂ ਉਹ ਬੱਚੇ ਨੂੰ ਖੁਸ਼ਬੂ ਹੀ ਮਾਤਾ ਦੀ ਦੱਸਦੀ ਹੈ, ਇਸੇ ਤਰ੍ਹਾਂ ਸਿੱਖ ਨੂੰ ਵੀ ਅਹਿਸਾਸ ਹੁੰਦਾ ਹੈ ਕਿ ਮੇਰਾ ਗੁਰੂ ਸ਼ਬਦ ਰੂਪ, ਨਾਮ ਰੂਪ ਮੇਰੇ ਅੰਦਰ ਹੈ। ਜਦ ਅਸੀਂ ਵਿਸ਼ਵਾਸ ਰੱਖ ਕੇ ਕਿ ਉਹ ਅੰਦਰ ਹੈ, ਅੰਦਰ ਜਾਂਦੇ ਹਾਂ, ਆਪਣੇ ਆਪ ਹੀ ਸਾਥੋਂ ਛੁੱਟਣੇ ਸ਼ੁਰੂ ਹੋ ਜਾਂਦੇ ਹੈ। ਫਿਰ ਸਾਡੇ ਅੰਦਰ ਕਿਸੇ ਚੀਜ਼ ਦਾ ਹੰਕਾਰ ਹੀ ਨਹੀਂ ਰਹਿੰਦਾ, ਕਿਉਂਕਿ ਸਭ ਚੀਜ਼ ਦਾ ਕਰਤਾ ਧਰਤਾ ਸਤਿਗੁਰੂ ਹੈ। ਪਿਆਰਿਓ, ਅਸੀਂ ਕਹਿ ਜ਼ਰੂਰ ਦਿੰਦੇ ਹਾਂ, ਥੋੜਾ ਬਹੁਤਾ ਅਭਿਆਸ ਕਰਕੇ ਜਾਂ ਥੋੜੀਆਂ ਬਹੁਤੀਆਂ ਪੋਥੀਆਂ ਦੇ ਵਿੱਚੋਂ, ਕਿਤਾਬਾਂ ਦੇ ਵਿੱਚੋਂ ਗਿਆਨ ਹਾਸਲ ਕਰਕੇ ਕਿ ਅਸੀਂ ਆਪਣਾ ਆਪ ਗੁਰੂ ਦੇ ਹਵਾਲੇ ਕਰ ਦਿੱਤਾ ਹੈ। ਅਸੀਂ ਗੁਰੂ ਨੂੰ ਹੀ ਸਭ ਕੁਝ ਜਾਣਦੇ ਹਾਂ। ਦੇਖਿਆ ਜਾਂਦਾ ਹੈ ਜਿੰਨਾ ਚਿਰ ਦੁਨੀਆ ਜੀ ਕਹਿੰਦੀ ਹੈ, ਸਰੀਰ ਤੰਦਰੁਸਤ ਹੈ, ਧਨ ਦੌਲਤ ਸਭ ਕੁਝ ਸਾਡੇ ਪਾਸ ਹੈ, ਉਹਨਾਂ ਚਿਰ ਅਸੀਂ ਗੁਰੂ ਦੇ ਖੂਬ ਗੁਣ ਗਾਉਂਦੇ ਹਾਂ ਬਾਹਰੋਂ, ਲੇਕਿਨ ਅੰਦਰ ਗੁਰੂ ਨੂੰ ਵਸਾਉਂਦੇ ਨਹੀਂ ਹੁੰਦੇ ਗੇ। ਸੱਚਾਈ ਇਹ ਦੱਸਦੀ ਹੈ, ਕ੍ਰਿਸ਼ਨ ਭਗਵਾਨ ਨੇ ਕਿਹਾ ਸੀਗਾ ਕਿ ਉਦੋਂ ਮੈਂ ਜਿਹਦੇ ਤੇ ਖੁਸ਼ ਹੋਵਾਂ, ਜੋ ਮੇਰਾ ਭਗਤ ਬਣ ਜਾਂਦਾ ਹੈ, ਮੈਂ ਉਹਨੂੰ 3 ਚੀਜ਼ਾਂ ਦਿੰਦਾ ਹਾਂ, ਨਰਾਦਰੀ, ਬਿਮਾਰੀ, ਬੇਰੁਜ਼ਗਾਰੀ। ਪਿਆਰਿਓ, ਇਹ ਚੀਜ਼ਾਂ ਜਦ 3 ਆ ਜਾਂਦੀਆਂ ਹੈ, ਕੋਈ ਆਪਣੇ ਆਪ ਨੂੰ ਜਿਹੜਾ ਗੁਰੂ ਦੇ ਵਿੱਚ ਜਜ਼ਬ ਕਰ ਦਿੰਦਾ ਹੈ, ਉਹੀ ਗੁਰੂ ਦੀ ਮੌਜ ਦੇ ਵਿੱਚ ਚੱਲ ਸਕਦਾ ਹੈ। ਝੱਖੜ ਆਉਂਦਾ ਹੈ, ਬੜੇ ਬੜੇ ਦਰਖਤ ਟੁੱਟ ਜਾਂਦੇ ਹੈ, ਦੁੱਖ ਵਿੱਚ ਅਸੀਂ ਸਦਾ ਹੀ ਘਬਰਾਉਂਦੇ ਹਾਂ, ਅਰਦਾਸਾਂ ਕਰਦੇ ਹਾਂ। ਸਵਾਮੀ ਜੀ ਮਹਾਰਾਜ ਕਹਿੰਦੇ ਆ, ਮਿੱਤਰ ਬਣ ਕੇ ਇਹ ਭਰਮਾ ਲੈਂਦਾ ਹੈ, ਵੈਰੀ ਬਣ ਕੇ ਇਹ ਡਰਾ ਲੈਂਦਾ ਹੈ, ਔਰ ਕੋਈ ਨਾ ਕੋਈ ਰੋਗ ਲਾ ਕੇ ਇਹ ਸਾਨੂੰ ਗੁਰੂ ਤੋਂ ਦੂਰ ਲੈ ਜਾਂਦਾ ਹੈ। ਸਵਾਮੀ ਜੀ ਮਹਾਰਾਜ ਨੇ ਕਿਹਾ, ਗੁਰ ਨੇ ਪਰਖ ਕਰੀ ਕੁਛ ਮਨ ਕੀ, ਛੋੜ ਚਲਾ ਸੰਗੀਤ। ਜਦੋਂ ਥੋੜੀ ਬਹੁਤੀ ਪਰਖ ਕਰਦਾ ਹੈ ਕਿ ਦੇਖਾਂ ਇਹ ਕਿਸ ਤਰ੍ਹਾਂ ਹੈ, ਉਦੋਂ ਬਹੁਤ ਸਾਰੇ ਅਸੀਂ ਡੋਲ ਜਾਂਦੇ ਹਾਂ। ਹਾਲਾਂਕਿ ਸਾਨੂੰ ਇਹ ਨਹੀਂ ਪਤਾ ਕਿ ਸਾਡਾ ਦੁੱਖ ਵਿੱਚ ਫਾਇਦਾ ਹੈ ਜਾਂ ਸੁੱਖ ਵਿੱਚ ਫਾਇਦਾ ਹੈ। ਹਾਲਾਂਕਿ ਜਿਤਨੇ ਵੀ ਦੁੱਖ ਹਨ ਜਾਂ ਸੁੱਖ ਹਨ, ਇਹ ਸਾਡੇ ਪਿਛਲੇ ਕਰਮਾਂ ਦਾ ਹੀ ਅਸੀਂ ਭੁਗਤਾਨ ਕਰ ਰਹੇ ਹਾਂ। ਸਤਿਗੁਰੂ ਸਦਾ ਹੀ ਦਿਆਲੂ ਹੁੰਦਾ ਹੈ। ਕੋਈ ਮਾਂ ਆਪਦੇ ਬੱਚੇ ਨੂੰ ਦੁਖੀ ਵੇਖ ਕੇ ਖੁਸ਼ ਨਹੀਂ, ਇਸੇ ਤਰ੍ਹਾਂ ਸਤਿਗੁਰੂ ਸਾਨੂੰ ਪਰੇਸ਼ਾਨ ਦੇਖ ਕੇ, ਦੁਖੀ ਦੇਖ ਕੇ ਖੁਸ਼ ਨਹੀਂ ਹੁੰਦੇਗੇ। ਉਹ ਮੁਨਾਸਬ ਜ਼ਰੂਰ ਮਦਦ ਕਰਦੇ ਹੈ। ਇੱਕ ਮਹਾਤਮਾ ਸੀ, ਉਹਨੇ ਬੜਾ ਹੀ ਅਭਿਆਸ ਕੀਤਾ, ਭਜਨ ਸਿਮਰਨ ਕੀਤਾ, ਅੰਦਰ ਜਾਂਦਾ ਸੀ। ਕਾਫੀ ਸਾਰੇ ਉਸ ਦੇ ਸੇਵਕ ਸਨ, ਬੜਾ ਆਦਰ ਮਾਨ ਕਰਦੇ ਸੀ। ਇਹ ਹੁਣ ਮਾਲਕ ਦੀ ਮੌਜ ਹੈ ਕਿ ਕਿਸ ਤਰ੍ਹਾਂ ਉਹ ਕੱਚਿਆਂ ਨੂੰ ਪਕਾਉਂਦਾ ਹੈ, ਕਿਸ ਤਰ੍ਹਾਂ ਉਹ ਪਰਖ ਕਰਦਾ ਹੈ। ਇੱਕ ਬੇਸਵਾ ਸੀ,
ਜਿੱਥੋਂ ਦੀ ਮਹਾਤਮਾ ਰੋਜ਼ ਲੰਘਿਆ ਕਰਦੇ ਸਨ, ਉੱਥੇ ਉਸਨੇ ਹਰ ਰੋਜ਼ ਆ ਕੇ ਖੜ ਜਾਣਾ। ਪਾਸ ਇੱਕ ਕੁੱਤਾ ਹੁੰਦਾ ਸੀ। ਉਹ ਕਹਿੰਦੀ ਹੁੰਦੀ ਕਿ ਮਹਾਤਮਾ ਜੀ, ਤੇਰੀ ਦਾੜੀ ਅੱਛੀ ਹੈ ਜਾਂ ਮੇਰੇ ਕੁੱਤੇ ਦੀ ਪੂਛ ਅੱਛੀ ਹੈ। ਮਹਾਤਮਾ ਉਸ ਨੂੰ ਕੁਛ ਜਵਾਬ ਨਾ ਦਿੰਦੇ, ਚੁੱਪ ਕਰਕੇ ਤੁਰ ਜਾਣਾ। ਕਈ ਸਾਲ ਲੰਘ ਗਏ ਇਹ ਸਵਾਲ ਹੁੰਦਿਆਂ ਨੂੰ। ਮਹਾਤਮਾ ਚੁੱਪ ਰਹੇ, ਨਾ ਉਸ ਨੂੰ ਬੁਰਾ ਕਿਹਾ ਨਾ ਉਸ ਨੂੰ ਭਲਾ ਕਿਹਾ। ਚੁੱਪ ਹੀ ਉਹਨਾਂ ਨੇ ਆਪਣੀ ਜਿੱਤ ਸਮਝੀ। ਆਖਰ ਟਾਈਮ ਆਇਆ, ਰਾਤ ਦਾ ਵਕਤ ਸੀ। ਚੇਲਿਆਂ ਨੂੰ ਕਹਿਣ ਲੱਗਿਆ, ਪਿਆਰਿਓ, ਤੁਸੀਂ ਉਹ ਫਲਾਨੀ ਲੜਕੀ ਨੂੰ ਲਿਆਓ ਸਦਕੇ। ਕਿਉਂਕਿ ਮਹਾਤਮਾ ਦੀ ਨਜ਼ਰ ਵਿੱਚ ਉਹ ਲੜਕੀ ਸੀ, ਬੇਸ਼ੱਕ ਉਹ ਵੇਸਵਾ ਦਾ ਕੰਮ ਕਰਦੀ ਸੀ। ਹੁਣ ਬਹੁਤ ਸਾਰੇ ਚੇਲਿਆਂ ਵਿੱਚੋਂ ਵੀ ਉਪਾਅ ਲਾਇਆ ਏ ਕਿ ਦੇਖੋ ਜੀ, ਰਾਤ ਦਾ ਟਾਈਮ ਹੈ, ਬੁੱਢਾ ਹੈ, ਅੰਤ ਸਮਾਂ ਹੈ, ਇਹਦਾ ਹੁਣ ਵੇਸਵਾ ਦੀ ਤਰਫ ਖਿਆਲ ਗਿਆ ਹੈ। ਆਹ ਵੇਖੋ, ਆਪਦੀ ਕੀਤੀ ਕਤਾਈ ਜਿਹੜੀ ਹੈ ਉਹ ਸਾਰੇ ਨੂੰ ਰੇਤ ਬਣਾ ਰਿਹਾ, ਖਾਕ ਬਣਾ ਰਿਹਾ ਹੈ। ਲੇਕਿਨ ਜਿਹੜੇ 2-4 ਪ੍ਰੇਮੀ ਅੰਦਰ ਜਾਂਦੇ ਸਨ, ਉਹਨਾਂ ਨੂੰ ਪਤਾ ਸੀਗਾ ਕਿ ਹਰ ਬਾਤ ਵਿੱਚ ਸੰਤਾਂ ਦਾ ਕੋਈ ਰਾਜ ਹੈ। ਉਹ ਜਾ ਕੇ ਉਸ ਨੂੰ ਸੱਦ ਲਿਆਏ। ਕਹਿਣ ਲੱਗੇ, ਦੇਖ ਬੇਟੀ, ਅੱਜ ਜੋ ਰੋਜ਼ ਸਵਾਲ ਤੂੰ ਕਰਦੀ ਸੈਂ ਉਹ ਹੁਣ ਕਰ। ਉਹ ਕਹਿਣ ਲੱਗੀ ਕਿ ਤੁਸੀਂ ਪਹਿਲਾਂ ਕਦੇ ਨਹੀਂ ਬੋਲੇ। ਉਹ ਕਹਿਣ ਲੱਗਿਆ ਕਿ ਮਨ ਦਾ ਕੀ ਇਤਬਾਰ ਹੈ, ਮਨ ਸਦਾ ਹੀ ਧੋਖਾ ਦਿੰਦਾ ਰਹਿੰਦਾ ਹੈ। ਮੈਂ ਅੱਜ ਦਾੜੀ ਆਪਦੀ ਤੇਰੇ ਕੁੱਤੇ ਦੀ ਪੂਛ ਨੂੰ ਕਰੋੜਾਂ ਦਰਜੇ ਚੰਗੀ ਲੈ ਚੱਲਿਆ ਹੈ। ਔਰ ਉਹ ਮਹਾਤਮਾ ਦਾ ਨਿਮਰਤਾ ਕਰਕੇ ਉਸ ਲੜਕੀ ਤੇ ਵੇਸਵਾ ਤੇ ਬੜਾ ਅਸਰ ਹੋਇਆ। ਉਹ ਕਹਿਣ ਲੱਗੀ, ਮੈਨੂੰ ਮਾਫ ਕਰੋ, ਜੋ ਕੁਛ ਮੈਂ ਸਾਰੀ ਜ਼ਿੰਦਗੀ ਤੁਹਾਨੂੰ ਮਖੌਲ ਕੀਤਾ ਹੈ। ਮੈਂ ਤੁਹਾਡੇ ਚਰਨਾਂ ਵਿੱਚ ਬੇਨਤੀ ਕਰਦੀ ਹਾਂ ਕਿ ਕਦੇ ਵਾਸਤੇ ਬੁਰਾ ਕਰਮ ਨਹੀਂ ਕਰੂੰਗੀ। ਜੋ ਤੁਸੀਂ ਮੈਨੂੰ ਰਸਤਾ ਦੱਸੋਗੇ ਉਸ ਤੇ ਚੱਲੂੰਗੀ। ਸੋ ਇਸ ਵਾਸਤੇ ਸੰਤ ਮਹਾਤਮਾ ਜੋ ਅੰਦਰ ਜਾਂਦੇ ਹੈ, ਜਿਨ੍ਹਾਂ ਨੇ ਗੁਰੂ ਨੂੰ ਆਪਣਾ ਆਪ ਸੌਂਪ ਦਿੱਤਾ ਹੈ, ਤਨ ਮਨ ਗੁਰੂ ਤੇ ਕੁਰਬਾਨ ਕਰਤਾ ਹੈ, ਜਿਨ੍ਹਾਂ ਨੂੰ ਪੱਤੇ ਪੱਤੇ ਅੰਦਰ ਗੁਰੂ ਹੀ ਨਜ਼ਰ ਆਉਂਦਾ ਹੈ, ਪਸ਼ੂ ਪੰਛੀ ਅੰਦਰ ਗੁਰੂ ਨਜ਼ਰ ਆਉਂਦਾ ਹੈ, ਦੋਸਤ ਦੁਸ਼ਮਣ ਦੇ ਅੰਦਰ ਗੁਰੂ ਨਜ਼ਰ ਆਉਂਦਾ ਹੈ, ਪਿਆਰਿਓ, ਆਪਣਾ ਆਪ ਉਹੀ ਗੁਰੂ ਦੇ ਹਵਾਲੇ ਕਰ ਸਕਦੇ ਹੈ। ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਸੀਗੇ ਕਿ ਆਪਣਾ ਆਪ ਗੁਰੂ ਦੇ ਹਵਾਲੇ ਕਰਨਾ ਕੋਈ ਮਾਮੂਲੀ ਗੱਲ ਨਹੀਂ ਹੁੰਦੀ ਗੀ। ਆਪਣੀ ਮਰਜ਼ੀ ਛੱਡਣੀ ਪੈਂਦੀ ਹੈ, ਗੁਰੂ ਦੀ ਮਰਜ਼ੀ ਇਖਤਿਆਰ ਕਰਨੀ ਪੈਂਦੀ ਹੈ। ਜਿਵੇਂ ਉਹ ਰੱਖੇ ਰਹਿਣਾ ਪੈਂਦਾ ਹੈ। ਆਪਣਾ ਆਪ ਸੌਂਪ ਕੇ ਫਿਰ ਚੂੰ ਚਰਾਂ ਨਹੀਂ ਹੁੰਦੀਗੀ। ਕਬੀਰ ਸਾਹਿਬ ਕਹਿੰਦੇ ਹੈ, ਦੁਨੀਆ ਮਨ ਦੀ ਮਰੀਦ ਹੈ, ਗੁਰੂ ਦਾ ਮਰੀਦ ਕੋਈ ਵਿਰਲਾ ਵਿਰਲਾ ਸਾਧ ਹੈ। ਮਰੀਦ ਨਾਮ ਮੁਰਦੇ ਦਾ ਹੈ, ਨਵਾਉਣ ਵਾਲੇ ਦੀ ਮਰਜ਼ੀ ਹੈ। ਉਹ ਮੁਰਦੇ ਉੱਪਰ ਅੱਛਾ ਸਾਬਣ ਲਾਏ, ਅਤਰ ਸਿੱਟੇ ਜਾਂ ਗੰਦ ਵਗੈਰਾ ਸਿੱਟੇ, ਸਿੱਧਾ ਕਰਕੇ ਨਵਾਏ ਜਾਂ ਉਸ ਨੂੰ ਪੁੱਠਾ ਕਰਕੇ ਨਵਾਏ। ਮੁਰਦੇ ਦੀ ਆਪਣੀ ਕੋਈ ਇੱਛਾ ਨਹੀਂ ਹੁੰਦੀਗੀ, ਨਵਾਉਣ ਵਾਲੇ ਦੀ ਇੱਛਾ ਹੁੰਦੀ ਹੈ। ਇਸ ਵਾਸਤੇ ਸਾਨੂੰ ਵੀ ਗੁਰੂ ਨੂੰ ਜਦ ਸੌਂਪ ਦਿੰਦੇ ਹਾਂ, ਉਸ ਮਰੀਦ ਜੈਸਾ ਹੀ ਸਾਨੂੰ ਵੀ ਬਣਨਾ ਪੈਂਦਾ ਹੈ। ਬੁਰਾ ਖਿਆਲ, ਬੁਰਿਆਈ ਦਾ ਮੂੰਹ ਸਦਾ ਗਿਰਾਵਟ ਦੀ ਤਰਫ ਹੁੰਦਾ ਹੈ। ਇੱਕ ਬੁਰਾ ਖਿਆਲ ਮਾਮੂਲੀ ਜਿਹਾ ਵੀ ਅਭਿਆਸੀ ਨੂੰ ਬ੍ਰਹਮੰਡ ਦੀ ਚੋਟੀ ਤੋਂ ਥੱਲੇ ਲੈ ਆਉਂਦਾ ਹੈ। ਇਸ ਵਾਸਤੇ ਜਦ ਅਸੀਂ ਆਪਣੇ ਆਪ ਨੂੰ ਗੁਰੂ ਦੇ ਹਵਾਲੇ ਕਰ ਦਿੰਦੇ ਹਾਂ, ਸੁਪਨੇ 'ਚ ਵੀ ਉਪਾਅ ਨਹੀਂ ਆਉਂਦਾ ਗਾ। ਸੁਪਨੇ 'ਚ ਵੀ ਅਸੀਂ ਇਹ ਨਹੀਂ ਸੋਚ ਸਕਦੇ ਕਿ ਸਾਡਾ ਗੁਰੂ ਸਾਡੇ ਅੰਦਰ ਨਹੀਂ, ਜਾਂ ਸਾਡਾ ਗੁਰੂ ਸਾਨੂੰ ਦੇਖ ਨਹੀਂ ਰਿਹਾ, ਜਾਂ ਉਹ ਕਿਹੜੀ ਐਸੀ ਜਗ੍ਹਾ ਹੈ ਕਿ ਜਿੱਥੇ ਗੁਰੂ ਤਾਕਤ ਕੰਮ ਨਹੀਂ ਕਰ ਰਹੀ। ਕਿਉਂਕਿ ਉਹ ਸ਼ਬਦ ਗੁਰੂ ਕਣ ਕਣ ਦੇ ਵਿੱਚ ਵਿਆਪਕ ਹੈ। ਹਰ ਕਿਤਨੇ ਹੁੰਦਾ ਹੈ ਕਿ ਉਹ ਸ਼ਬਦ ਗੁਰੂ ਅੰਦਰ, ਸੰਤਾਂ ਅੰਦਰ ਪ੍ਰਗਟ ਹੈ। ਅਸੀਂ ਹਾਲਾਂਕਿ ਉਸ ਨੂੰ ਪ੍ਰਗਟ ਕਰਨ ਵਾਸਤੇ ਲੱਗੇ ਹੋਏ ਹਾਂ। ਮੈਂ ਦੱਸਦਾ ਹੁੰਦਾ ਕਿ ਸਾਡੇ ਇਸ ਇਲਾਕੇ ਵਿੱਚ ਅੱਜ ਤੋਂ ਕੋਈ 30 ਸਾਲ ਪਹਿਲਾਂ ਬਾਬਾ ਗੁਰਬਚਨ ਸਿੰਘ, ਮਹਾਰਾਜ ਸਾਵਣ ਸਿੰਘ ਦਾ ਨਾਮ ਲੇਵਾ ਸੀ। ਉਹ ਸਤਸੰਗ ਕਰਦਾ ਹੁੰਦਾ ਸੀ। ਅਸੀਂ ਵੱਧ ਤੋਂ ਵੱਧ ਉਸ ਦਾ ਆਦਰ ਕਰਦੇ ਸਾਂ, ਸਤਿਕਾਰ ਕਰਦੇ ਸਾਂ। ਉਹਦੇ ਵਾਸਤੇ ਜਗ੍ਹਾ ਵੀ ਅੱਛੀ ਬਣਾਈ ਸੀਗੀ, ਕਿਰਾਏ ਵਗੈਰਾ ਤੇ ਲੈ ਕੇ। ਇੱਕ ਦਿਨ ਕਿਸੇ ਪ੍ਰੇਮੀ ਨੇ ਆਪਦੇ ਘਰ ਅੰਦਰ ਸਤਸੰਗ ਰਖਾਇਆ। ਸਤਸੰਗੀ ਬੈਠੇ ਸਨ, ਸੰਗਤ ਨੂੰ ਚਾਹ ਪਿਲਾਉਣ ਲੱਗੇ। ਸਾਡੇ ਹਿੰਦੁਸਤਾਨ ਦੇ ਵਿੱਚ ਰਿਵਾਜ ਹੈ ਕਿ ਜਿੱਥੇ ਲੋਕ ਸਤਸੰਗ ਨੂੰ ਇਕੱਠੇ ਹੁੰਦੇ ਹੈ,
ਜ਼ਰੂਰ ਥੋੜਾ ਬਹੁਤਾ ਉਹਨਾਂ ਵਾਸਤੇ ਅੰਨ ਪਾਣੀ ਦਾ ਪ੍ਰਬੰਧ ਕਰਦੇ ਹੈ। ਇਸੇ ਤਰ੍ਹਾਂ ਦੀ ਉਹ ਰਚਨਾ ਸਤਸੰਗ ਦੀ ਸੀ। ਆਮ ਸਾਡੇ ਸਤਸੰਗੀਆਂ ਦਾ ਖਿਆਲ ਹੁੰਦਾ ਹੈ ਕਿ ਜਿਹੜਾ ਸਤਸੰਗ ਕਰਦਾ ਹੈ ਅਸੀਂ ਸਾਰੇ ਉਸ ਦਾ ਆਦਰ ਕਰਦੇ ਹਾਂ, ਆਪ ਤੋਂ ਉਸ ਨੂੰ ਚੰਗਾ ਸਮਝਦੇ ਹਾਂ। ਖਿਆਲ ਆਇਆ ਕਿ ਬਾਬੇ ਨੂੰ ਅੰਦਰ ਲਿਆ ਕੇ ਚਾਹ ਪਿਲਾਓ। ਇੱਕ ਆਦਮੀ ਨੇ ਥੋੜੀ ਜਿਹੀ ਕਾਹਲ ਕੀਤੀ, ਬਾਬਾ ਅਜੇ ਸਟੇਜ ਤੇ ਬੈਠਾ ਸੀ, ਉਹਨੇ ਲਿਆ ਕੇ ਚਾਹ ਦੂਸਰਿਆਂ ਦੇ ਅੱਗੇ ਧਰਨੀ ਸ਼ੁਰੂ ਕਰ ਦਿੱਤੀ। ਬਾਬਾ ਗਿਰਗਿਟ ਦੀ ਤਰ੍ਹਾਂ ਰੰਗ ਵਟਾਉਂਦਾ ਸੀ, ਕਦੇ ਕਾਲਾ ਕਦੇ ਪੀਲਾ, ਕਦੇ ਮੱਥੇ ਤਿਉੜੀਆਂ ਪਾਉਂਦਾ ਸੀ ਕਿ ਮੈਂ ਬੜਾ ਹਾਂ, ਮੈਨੂੰ ਪਹਿਲਾਂ ਚਾਹ ਦੇਣੀ ਚਾਹੀਦੀ ਸੀ, ਇਹਨਾਂ ਨੇ ਕੀ ਕਰ ਦਿੱਤਾ। ਆਖਰ ਦੂਸਰਾ ਆਦਮੀ ਨੇ ਆ ਕੇ ਫਿਰ ਬੇਨਤੀ ਕੀਤੀ ਕਿ ਮਹਾਰਾਜ ਜੀ ਤੁਹਾਡੇ ਵਾਸਤੇ ਅੰਦਰ ਚਾਹ ਹੈ। ਲੇਕਿਨ ਉਹਨੂੰ ਇਤਨਾ ਕ੍ਰੋਧ ਨੇ ਦਬਾਇਆ ਹੋਇਆ ਸੀਗਾ, ਉਹ ਭੁੱਲ ਹੀ ਗਿਆ ਕਿ ਮੈਂ ਕੀ ਲੋਕਾਂ ਨੂੰ ਉਪਦੇਸ਼ ਕੀਤਾ ਸੀਗਾ, ਕੀ ਮੈਂ ਹੁਣ ਸ਼ਾਂਤੀ ਦਾ ਉਪਦੇਸ਼ ਕਰ ਰਿਹਾ ਸੀਗਾ। ਔਰ ਆਖਰ ਘਰ ਵਾਲੇ ਡਰਦੇ ਸਨ, ਪਰੇਸ਼ਾਨ ਹੋਏ ਖੜੇ ਕਿ ਬਾਬਾ ਜੀ ਤਾਂ ਚਾਹ ਨਹੀਂ ਪੀ ਰਹੇ। ਆਖਰ ਡਰਦੇ ਮਾਰੇ ਵਿਚਾਰੇ ਉਹਦੇ ਕੋਲੇ ਹੀ ਉੱਥੇ ਚਾਹ ਲੈ ਗਏ। ਉਸ ਬਾਬੇ ਨੇ ਸਿਰ ਤੋਂ ਪੱਗ ਲਾਈ, ਸਿਰ ਨੰਗਾ ਕਰ ਦਿੱਤਾ, ਕਹਿਣ ਲੱਗਾ ਦੇਖੋ ਵੀ ਹੱਕ ਮੇਰਾ ਸੀ ਪਹਿਲਾਂ ਦੇਣ ਦਾ, ਮੈਂ ਬੜਾ ਸੀਗਾ, ਤੁਸੀਂ ਇਹਨਾਂ ਨੂੰ ਪਹਿਲਾਂ ਚਾਹ ਦੇ ਦਿੱਤੀ ਹੈ, ਹੁਣ ਮੇਰੇ ਸਿਰ ਵਿੱਚ ਪਾ ਦਿਓ। ਹੁਣ ਉੱਥੇ ਬੇਸਤਸੰਗੀ ਵੀ ਸਨ, ਸਤਸੰਗੀ ਤਾਂ ਜਾਣਦੇ ਹੀ ਸੀਗੇ ਕਿ ਮਨ ਕਿਸ ਤਰ੍ਹਾਂ ਧੋਖੇ ਕਰਦਾ ਹੈ, ਕਿਸ ਤਰ੍ਹਾਂ ਮਨ ਬੰਦੇ ਨੂੰ ਪਰੇਸ਼ਾਨ ਕਰਦਾ ਹੈ, ਇਹ ਪਾਰ ਪਹੁੰਚੇ ਨੂੰ ਵੀ ਗੇਰ ਲੈਂਦਾ ਹੈ। ਲੇਕਿਨ ਜਿਹੜੇ ਬੇਸਤਸੰਗੀ ਸਨ ਉਹ ਹੱਥ ਤੇ ਹੱਥ ਮਾਰ ਕੇ ਤਾੜੀ ਮਾਰ ਕੇ ਚਲੇ ਗਏ ਵੀ ਚੰਗਾ ਬਈ ਇਹਨਾਂ ਦਾ ਬਾਬਾ ਹੁਣ ਤੱਕ ਕੀ ਉਪਦੇਸ਼ ਕਰਦਾ ਸੀਗਾ, ਸ਼ਾਂਤੀ ਦਾ, ਲੋਕਾਂ ਨੂੰ ਕਹਿੰਦਾ ਸੀਗਾ ਅੰਦਰ ਜਾਓ ਪ੍ਰਮਾਤਮਾ ਦੀ ਭਗਤੀ ਕਰੋ, ਲੇਕਿਨ ਆਪ ਇਹ ਕਿਤਨਾ ਕ੍ਰੋਧ ਦਾ ਸ਼ਿਕਾਰ ਹੈ, ਕਿਤਨਾ ਕ੍ਰੋਧ ਦੇ ਵਸ ਵਿੱਚ ਹੋਇਆ ਹੈ। ਔਰ ਮਾਮੂਲੀ ਗੱਲ ਪਿੱਛੇ ਮੈਂ ਦੱਸਦਾ ਹੁੰਦਾ ਕਿ ਬਾਬਾ ਬਿਸ਼ਨ ਦਾਸ ਦਾ ਬਤਾਇਆ ਹੋਇਆ ਅਭਿਆਸ ਮੈਂ ਨਿਯਮਿਤ ਰੂਪ ਸ਼ਰਧਾ ਪਿਆਰ ਨਾਲ ਬਗੈਰ ਬੋਝਾ ਸਮਝਿਆ ਹੋਇਆ 18 ਸਾਲ ਕਰਦਾ ਰਿਹਾ ਹਾਂ। ਆਖਰੀ ਟਾਈਮ ਵਿੱਚ ਆ ਕੇ ਅੰਦਰੋਂ ਮਨ ਨੇ ਇਹ ਖਿਆਲ ਉਠਾਇਆ, ਬੜੇ ਸਾਲ ਹੋ ਗਏ ਬੈਠਦਿਆਂ ਅੰਦਰ ਕੀ ਹੈ। ਮੈਂ ਗੁਫਾ ਚ ਬਾਹਰ ਆਇਆ, ਕਿਉਂਕਿ ਪਿਛਲੇ ਪਿੰਡ ਵੀ ਮੇਰੀ ਇਸੇ ਤਰ੍ਹਾਂ ਗੁਫਾ ਬਣਾਈ ਸੀਗੀ ਕਿ ਮੈਂ ਜ਼ਿਆਦਾ ਮੇਲ ਜੋਲ ਸ਼ੁਰੂ ਤੋਂ ਹੀ ਆਮ ਦੁਨੀਆ ਵਿੱਚ ਘੱਟ ਰੱਖਿਆ ਹੈ, ਨਹੀਂ ਜ਼ਿਆਦਾ ਗਿਆ। ਆਖਰ ਜਦੋਂ ਗੁਫਾ ਤੋਂ ਕੋਈ 100-200 ਕਦਮ ਬਾਹਰ ਗਿਆ, ਆਵਾਜ਼ ਆ ਰਹੀ ਸੀ। ਮੈਂ ਨਹੀਂ ਕਹਿ ਸਕਦਾ ਉਹ ਆਵਾਜ਼ ਕਿੱਧਰੋਂ ਆਉਂਦੀ ਸੀ ਕਿ ਤੈਨੂੰ ਕਸਮ ਹੈ ਤੂੰ ਹਿੰਮਤ ਨਾ ਹਾਰ, ਇਸ ਵਕਤ ਨੂੰ ਤੂੰ ਹੱਸ ਕੇ ਸਵਾਰ ਲੈ, ਇਹੀ ਤੇਰੇ ਫਾਇਦੇਮੰਦ ਹੈ। ਜਦ ਮੈਂ ਵਾਪਸ ਆ ਕੇ ਫਿਰ ਗੁਫਾ ਵਿੱਚ ਵੜਿਆ, ਸ਼ਾਂਤੀ ਹੋਈ, ਖਿਆਲ ਆਇਆ, ਆਪਣੇ ਆਪ ਨੂੰ ਤਰਕਾਰ ਮਾਰੀ। ਤੋ ਪਿਆਰਿਓ, ਅਗਰ ਸਾਥੋਂ ਕੋਈ ਗੁਰੂ ਪ੍ਰਤੀ ਅੱਛਾ ਕਰਮ ਹੋ ਜਾਂਦਾ ਹੈ, ਉਹਨੂੰ ਭੁੱਲ ਜਾਓ, ਹਕਾਰ ਨਾ ਕਰੋ ਕਿ ਅਸੀਂ ਗੁਰੂ ਪ੍ਰਤੀ ਇਹ ਕੁਛ ਕਰ ਲਿਆ ਹੈ। ਜਾਂ ਅਸੀਂ ਕਦੇ ਕਦੇ ਅਭਿਆਸ ਕਰਦੇ ਹਾਂ, ਗੁਰੂ ਦਇਆ ਕਰਕੇ ਸਾਨੂੰ ਥੋੜ੍ਹੀ ਬਹੁਤੀ ਮਨ ਦੇ ਉੱਤੇ ਸਫਲਤਾ ਵੀ ਪ੍ਰਾਪਤ ਕਰਾਉਂਦਾ ਹੈ। ਇਹ ਨਹੀਂ ਕਿ ਅਸੀਂ ਜੇ ਅਭਿਆਸ ਕਰੀਏ ਉਹ ਸਾਨੂੰ ਅੰਦਰੋਂ ਕੁਛ ਬਖਸ਼ਦਾ ਨਹੀਂ, ਥੋੜ੍ਹਾ ਬਹੁਤਾ ਅੰਦਰ ਸਾਈ ਵੀ ਕਰਾਉਂਦਾ ਹੈ। ਲੇਕਿਨ ਮਨ ਨੂੰ ਮੌਕਾ ਨਾ ਦਿਓ, ਅੰਦਰ ਹੰਕਾਰ ਪੈਦਾ ਨਾ ਕਰੋ, ਬਲਕਿ ਇਹ ਕਹੋ ਕਿ ਜੋ ਕੁਛ ਅੰਦਰ ਰਸਾਈ ਹੋ ਰਹੀ ਹੈ ਇਹ ਸਭ ਗੁਰੂ ਦੀ ਦਇਆ ਹੈ, ਜੋ ਕੁਛ ਚੰਗਾ ਹੋ ਰਿਹਾ ਹੈ ਗੁਰੂ ਦੀ ਤਰਫੋਂ ਹੋ ਰਿਹਾ ਹੈ। ਭਜਨ ਕਰਕੇ ਵੀ ਅਭਿਆਸੀ ਨੂੰ ਇਹ ਨਹੀਂ ਕਹਿਣਾ ਚਾਹੀਦਾ ਕਿ ਮੈਂ ਕਰ ਰਿਹਾ ਹਾਂ। ਪਿਆਰਿਓ, ਫਿਰ ਵੀ ਗੁਰੂ ਦਾ ਧੰਨਵਾਦ ਕਰੋ ਕਿ ਉਹੀ ਸਾਥੋਂ ਇਹ ਕਰਾ ਰਿਹਾ ਹੈ। ਪਿਆਰਿਓ, ਬੜਾ ਹੀ ਅਸੀਂ ਹਮੇਸ਼ਾ ਹੀ ਸਾਡੇ ਨਾਲ ਇਹ ਹੁੰਦੀ ਹੈ ਕਿ ਜਦ ਕੋਈ ਅੱਛਾ ਕੰਮ ਹੁੰਦਾ ਹੈ ਅਸੀਂ ਆਪਣੇ ਆਪ ਨੂੰ ਪੇਸ਼ ਕਰਦੇ ਹਾਂ। ਐਸੇ ਖਿਆਲ ਨੂੰ ਲੈ ਕੇ ਹੀ ਕੁਝ ਸਿੱਖਾਂ ਨੇ ਗੁਰੂ ਅਰਜਨ ਦੇਵ ਕੋਲੇ ਸਵਾਲ ਕੀਤਾ ਕਿ ਮਹਾਰਾਜ ਜੀ, ਤੁਹਾਡੀ ਬਾਣੀ 'ਚ ਇਹ ਆਉਂਦਾ ਹੈ, ਕਰੇ ਕਰਾਏ ਆਪੇ ਆਪ, ਮਾਨੁਖ ਦੇ ਕੇ ਕਛੂ ਨਾ ਹਾਥ। ਤੁਸੀਂ ਇਹ ਕਹਿੰਦੇ ਹੋ ਜੋ ਕੁਛ ਕਰਦਾ ਹੈ ਪਰਮਾਤਮਾ ਕਰਦਾ ਹੈ, ਇਨਸਾਨ ਦੇ ਕੋਈ ਵੱਸ ਦੀ ਗੱਲ ਨਹੀਂ। ਉਹ ਕਹਿੰਦੇ ਹਾਂ, ਇਹ ਇੱਕ ਸੱਚਾਈ ਹੈ, ਕਰਦਾ ਪਰਮਾਤਮਾ ਹੀ ਹੈ, ਪਰ ਥੋੜ੍ਹੀ ਬਹੁਤੀ ਤੁਸੀਂ ਆਪਣੇ ਦਿਲ ਵਿੱਚ ਅੱਛੀ ਤਰ੍ਹਾਂ ਕੰਘੀ ਮਾਰ ਕੇ ਦੇਖੋ ਕਿ ਇੱਕ ਵਕਤ ਜਦ ਤੁਸੀਂ ਇਹ ਕਹਿੰਦੇ ਹੋ ਕਿ ਇਹ ਸਾਡੀ ਇੱਛਾ ਹੈ, ਸਾਡੀਆਂ ਆਪਣੀਆਂ ਵੀ ਇੱਛਾ ਹਨ, ਜਾਂ
ਚੰਗੇ ਕੰਮ ਨੂੰ ਕਹਿੰਦੇ ਆ, ਵੇਖੋ ਜੀ ਅਸੀਂ ਇਹ ਇਸ ਤਰ੍ਹਾਂ ਕੀਤਾ ਜਾਂ ਮੈਂ ਇਹ ਉਸ ਨੂੰ ਸਲਾਹ ਦਿੱਤੀ, ਕਰ ਲਿਆ ਹੈ। ਲੇਕਿਨ ਜਦ ਜ਼ਿੰਦਗੀ ਵਿੱਚ ਕਈ ਕਠਿਨਾਈਆਂ ਵੀ ਆ ਕੇ ਘੇਰ ਲੈਂਦੀਆਂ ਹਨ, ਉਸ ਵੇਲੇ ਅਸੀਂ ਕਦੇ ਇਹ ਨਹੀਂ ਕਿਹਾ ਕਿ ਜੀ ਇਹ ਮੈਥੋਂ ਵੀ ਗਲਤੀ ਹੋਈ ਜਾਂ ਮੇਰਾ ਬੁਰੇ ਵਿਵਹਾਰ ਨਾਲ ਇਹ ਮੇਰੇ ਉੱਤੇ ਮੁਸੀਬਤ ਆਈ ਹੋਈ ਹੈ। ਇਸ ਵਾਸਤੇ ਉਹ ਕਹਿਣ ਲੱਗੇ ਜੀਵ ਜੰਮਣ ਮਰਨ ਦੇ ਵਿੱਚ ਪਿਆ ਹੋਇਆ ਹੈ, ਕਿਸੇ ਜਗ੍ਹਾ ਇਹ ਕਰਤਾ ਧਰਤਾ ਬਣਦਾ ਹੈ, ਕਿਤੇ ਜਗ੍ਹਾ ਇਹ ਆਪਣੇ ਆਪ ਨੂੰ ਕੁਛ ਨਹੀਂ ਸਮਝਦਾਗਾ, ਗੁਰੂ ਪ੍ਰਤੀ ਆਪਣਾ ਆਪ ਇਹ ਸੰਪਰਕ ਕਰਦਾ ਹੈ। ਇਸ ਵਾਸਤੇ ਮਹਾਤਮਾ ਸਾਨੂੰ ਪਿਆਰ ਨਾਲ ਕਹਿੰਦੇ ਹੈ ਕਿ ਜਦੋਂ ਅਸੀਂ ਆਪਣਾ ਆਪ ਗੁਰੂ ਦੇ ਹਵਾਲੇ ਕਰਦੇ ਹਾਂ, ਫਿਰ ਆਪਣੀ ਮਰਜ਼ੀ ਜਿਹੜੀ ਹੈ ਉਹ ਖਤਮ ਕਰਨੀ ਪੈਂਦੀ ਹੈ। ਸਾਨੂੰ ਸਾਡੇ ਸਭ ਸਤਸੰਗੀਆਂ ਦਾ ਆਦਰ ਹੈ ਜੋ ਵੀ ਪੱਤਰ ਲਿਖਦੇ ਹਨ, ਲੇਕਿਨ ਪ੍ਰੇਮੀਆਂ ਦੇ ਪੱਤਰਾਂ ਤੋਂ ਪਤਾ ਲੱਗਦਾ ਹੈ ਕਿ ਪੱਤਰਾਂ ਅੰਦਰ ਆਪਦੀਆਂ ਨਿੱਤ ਦੀਆਂ ਜ਼ਰੂਰਤਾਂ ਹੀ ਪੇਸ਼ ਕੀਤੀਆਂ ਜਾਂਦੀਆਂ ਹਨ। ਕਿਸੇ ਦੀ ਪਤਨੀ ਰੁੱਸੀ ਹੈ, ਉਹਦੀ ਬੇਨਤੀ ਹੈ, ਕਿਸੇ ਦਾ ਪਤੀ ਰੁੱਸਿਆ ਹੈ, ਉਸ ਦੀ ਬੇਨਤੀ ਹੈ, ਕੋਈ ਬਿਮਾਰ ਹੈ, ਉਸ ਦੀ ਬੇਨਤੀ ਹੈ, ਕੋਈ ਬੇਰੁਜ਼ਗਾਰ ਹੈ, ਉਸ ਦੀ ਬੇਨਤੀ ਹੈ, ਔਰ ਕਿਸੇ ਨੇ ਕੋਈ ਐਸਾ ਕਰਮ ਕਰ ਲਿਆ, ਹਾਲਾਂਕਿ ਉਸਨੇ ਖੁਦ ਹੀ ਕੀਤਾ ਹੈ, ਉਹ ਜੇਲ੍ਹ 'ਚ ਜਾਂਦਾ ਹੈ, ਉਸ ਦੀ ਬੇਨਤੀ ਹੈ ਕਿ ਦਇਆ ਕਰੋ। ਕੋਈ ਭਾਗ ਵਾਲਾ ਜੀਵ ਐਸਾ ਹੈ ਜੋ ਨਾਮ ਸ਼ਬਦ ਦੀ ਕਮਾਈ ਦੇ ਮੁਤਲਕ ਲਿਖਦਾ ਹੈ। ਇਹ ਨਹੀਂ ਕਿ ਕੋਈ ਐਸਾ ਨਹੀਂ ਕਿ ਜਿਹੜਾ ਗੁਰੂ ਪ੍ਰਤੀ ਪਿਆਰ ਦਾ ਪੱਤਰ ਨਾ ਲਿਖੇ ਜਾਂ ਨਾਮ ਦੀ ਮੰਗ ਨਾ ਕਰਦਾ ਹੋਵੇ ਜਾਂ ਭਜਨ ਸਿਮਰਨ ਬਾਰੇ ਨਾ ਕਰਦਾ ਹੋਵੇ। ਐਸੇ ਵੀ ਪ੍ਰੇਮੀ ਹਨ। ਬੇਸ਼ੱਕ ਮਹਾਤਮਾ ਬਣੇ ਬਣਾਏ ਬਰਤਨ ਹੁੰਦੇ ਹੈ, ਫਿਰ ਵੀ ਇਹ ਸੰਸਾਰ ਵਿੱਚ ਦੁਨੀਆ ਨੂੰ ਡੈਮੋਸਟ੍ਰੇਸ਼ਨ ਦੇਣ ਦੀ ਖਾਤਰ ਉਹ ਖੋਜ ਵੀ ਕਰਦੇ ਹੈ, ਗੁਰੂ ਤੋਂ ਨਾਮ ਵੀ ਲੈਂਦੇ ਹੈ, ਲੇਕਿਨ ਬੜੀ ਕਠਿਨ ਸਾਧਨਾ ਸਾਧਦੇ ਹੈ। ਔਰ ਲੇਕਿਨ ਜਦ ਉਹਨਾਂ ਦੇ ਅੰਦਰ ਪਿਆਸ ਵੱਧ ਜਾਂਦੀ ਹੈ, ਉਹ ਪ੍ਰਮਾਤਮਾ ਆਪਦੇ ਪਿਆਰੇ ਸੰਤ ਨੂੰ ਜਾਂ ਉਹਨਾਂ ਦੇ ਕੋਲੇ ਭੇਜਦਾ ਹੈ ਜਾਂ ਉਹਨਾਂ ਨੂੰ ਖੁਦ ਹੀ ਬੁਲਾ ਲੈਂਦਾ ਹੈ। ਉਹ ਸਭ ਉਸ ਦੀ ਹੀ ਵਡਿਆਈ ਸਮਝਦੇ ਹੈ ਔਰ ਇਸ ਕਿਸਮ ਦੀ ਤੜਫ ਹੁੰਦੀ ਹੈ। ਮੈਂ ਆਪਣੇ ਮੁਤਲਕ ਦੱਸਦਾ ਹੁੰਦਾ, ਜਦ ਪ੍ਰਮਾਤਮਾ ਕਿਰਪਾਲ ਦੇ ਨਾਲ ਮੇਰਾ ਮਿਲਾਪ ਹੋਇਆ, ਮੈਂ ਨਹੀਂ ਪੁੱਛਿਆ ਕਿ ਤੇਰੀ ਕੀ ਜਾਤ ਹੈ, ਤੇਰੀ ਸ਼ਾਦੀ ਹੋਈ ਹੈ ਜਾਂ ਕੁਆਰਾ ਹੈ ਜਾਂ ਬੱਚੇ ਹਨ ਜਾਂ ਤੂੰ ਕਿੱਥੇ ਰਹਿਣਾ ਹੈ, ਕਿਉਂਕਿ ਮੇਰੀ ਜ਼ਿੰਦਗੀ ਅੰਦਰ ਮਹਾਰਾਜ ਮਿਲਣ ਤੋਂ ਪਹਿਲਾਂ ਨਾ ਕੋਈ ਉਹਨਾਂ ਦੀ ਨਿੰਦਿਆ ਕਰਨ ਵਾਲਾ ਮਿਲਿਆ ਤੇ ਨਾ ਕੋਈ ਪ੍ਰਸ਼ੰਸਾ ਕਰਨ ਵਾਲਾ ਹੀ ਮਿਲਿਆ ਸੀਗਾ। ਇਹ ਖੁਦ ਉਹਨਾਂ ਦੀ ਹੀ ਦਇਆ ਸੀ, ਮੈਨੂੰ ਆ ਕੇ ਘਰ ਅੰਦਰ ਉਹ ਮਿਲੇ ਔਰ ਆਪਣਾ ਪਿਆਰ ਬਖਸ਼ਿਆ। ਹੁਣ ਤੁਸੀਂ ਸੋਚ ਕੇ ਦੇਖ ਸਕਦੇ ਹੋ, ਅਗਰ ਸਾਰੇ ਹੀ ਅਸੀਂ ਐਸਾ ਖਿਆਲ ਬਣਾ ਲਈਏ ਤਾਂ ਸਾਡਾ ਬਰਤਨ ਤਿਆਰ ਹੀ ਹੁੰਦਾ ਹੈ। ਜਦ ਨਾਮ ਲਈਏ ਫੌਰਨ ਹੀ ਸਾਡੀ ਸੁਰਤ ਉੱਪਰ ਚਲੀ ਜਾਏ ਔਰ ਚਲੀ ਜਾਂਦੀ ਹੈ। ਲੇਕਿਨ ਐਸਾ ਪਿਆਰ ਜ਼ਿੰਦਗੀ ਵਿੱਚ ਪਤਾ ਨਹੀਂ ਕਿਤਨੇ ਕੁ ਜਨਮਾਂ ਵਿੱਚ ਇਨਸਾਨ ਨੇ ਸ਼ੁਭ ਕਰਮ ਜਾਂ ਭਜਨ ਪਾਠ ਕੀਤਾ ਹੁੰਦਾ ਹੈ। ਗੁਰੂ ਨਾਨਕ ਦਾ ਇੱਕ ਸਿੱਖ ਸੀ ਜਿਹੜਾ ਭਾਈ ਬਾਬਾ ਬੁੱਢਾ ਦੇ ਨਾਂ ਨਾਲ ਮਸ਼ਹੂਰ ਸੀਗਾ। ਉਹ ਛੋਟੀ ਉਮਰ 'ਚ ਗੁਰੂ ਨਾਨਕ ਦੇ ਪਾਸ ਆਇਆ ਸੀਗਾ, ਸਿਆਣੀਆਂ ਬਾਤਾਂ ਕਰਨ ਲੱਗਿਆ। ਗੁਰੂ ਨਾਨਕ ਕਹਿਣ ਲੱਗੇ, ਭਾਈ ਉਮਰ ਤਾਂ ਤੇਰੀ ਛੋਟੀ ਹੈ ਪਰ ਤੂੰ ਤਾਂ ਬੁੱਢਿਆ ਵਰਗਾ ਹੈ। ਉੱਥੋਂ ਉਸ ਨੂੰ ਬਾਬਾ ਬੁੱਢਾ ਸਾਰੇ ਕਹਿਣ ਲੱਗੇ। ਕਾਫੀ ਉਮਰ ਹੋਈ, 6ਵੇਂ ਗੁਰੂ ਤੱਕ ਹਰਗੋਬਿੰਦ ਤੱਕ ਉਸਨੇ ਤਿਲਕ ਦਿੱਤਾ ਔਰ ਕਾਫੀ ਬਜ਼ੁਰਗ ਹੋ ਚੁੱਕਿਆ ਸੀਗਾ। ਇੱਕ ਦਿਨ ਉਹਨਾਂ ਨੇ ਗੁਰੂ ਹਰਗੋਬਿੰਦ ਦੇ ਪਾਸ ਬੇਨਤੀ ਕੀਤੀ ਕਿ ਮੈਂ ਬੁੱਢਾ ਹੋ ਗਿਆ ਹਾਂ, ਮੈਨੂੰ ਬੜੇ ਸਾਲ ਹੋ ਗਏ ਅਭਿਆਸ ਕਰਦੇ ਨੂੰ, ਹੁਣ ਤਾਂ ਮੈਨੂੰ ਅਭਿਆਸ ਨਹੀਂ ਕਰਨਾ ਚਾਹੀਦਾ, ਮੈਂ ਤਾਂ ਹੁਣ ਗੁਰੂਆਂ ਨੂੰ 6 ਨੂੰ ਤਿਲਕ ਦੇ ਚੁੱਕਿਆ ਹਾਂ। ਗੁਰੂ ਹਰਗੋਬਿੰਦ ਜੀ ਹੱਸ ਕੇ ਕਹਿਣ ਲੱਗੇ, ਦੇਖੋ ਬਾਬਾ ਜੀ, ਅਸੀਂ ਤੁਹਾਡਾ ਆਦਰ ਕਰਦੇ ਹਾਂ, ਸਤਿਕਾਰ ਕਰਦੇ ਹਾਂ, ਤੁਸੀਂ ਰਸਮ ਪੂਰੀ ਕਰਦੇ ਹੋ ਤਿਲਕ ਦੇਣ ਦੀ, ਪਰ ਸੋਚ ਕੇ ਦੇਖੋ ਅਗਰ ਤੁਸੀਂ ਅਭਿਆਸ ਛੱਡ ਗਏ, ਸੰਗਤ ਕਿਸ ਤਰ੍ਹਾਂ ਅਭਿਆਸ ਕਰੇਗੀ। ਕਹਿਣਗੇ ਜਦ ਬਾਬਾ ਬੁੱਢਾ ਅਭਿਆਸ ਨਹੀਂ ਕਰਦਾ ਤੋ ਸੰਗਤ ਕਿਉਂ ਕਰੇ। ਇਸ ਵਾਸਤੇ ਜਿਨ੍ਹਾਂ ਨੇ ਆਪਣਾ ਆਪ ਗੁਰੂ ਦੇ ਹਵਾਲੇ ਕਰ ਦਿੱਤਾ ਹੁੰਦਾ ਹੈ, ਗੁਰੂ ਰੂਪ ਹੋ ਚੁੱਕੇ ਹੈ,
ਉਹ ਫਿਰ ਵੀ ਰੂਹਾਨੀਅਤ ਦਾ ਆਨੰਦ ਮਾਣਦੇ ਹੈ। ਉਹ ਫਿਰ ਵੀ ਟਾਈਮ ਤੇ ਉੱਠਦੇ ਹੈ, ਟਾਈਮ ਤੇ ਆਪਣਾ ਅਭਿਆਸ ਕਰਦੇ ਹੈ, ਕਦੇ ਵੀ ਉਹ ਮੁਲਤਵੀ ਨਹੀਂ ਕਰਦੇਗੇ। ਹਮੇਸ਼ਾ ਹੀ ਉਹ ਆਪਦੇ ਗੁਰੂ ਦੇ ਅੱਗੇ ਉਹ ਆਪਣੇ ਆਪ ਨੂੰ ਹਵਾਲੇ ਕਰਕੇ ਰੱਖਦੇ ਹੈ ਔਰ ਜਿੱਥੇ ਵੀ ਉਹ ਜਾਂਦੇ ਹੈ, ਉੱਠਦੇ ਹੈ, ਬਹਿੰਦੇ ਹੈ, ਸਭ ਗੁਰੂ ਦੇ ਹੀ ਸਾਸ ਗਰਾਸ ਉਹ ਲੇਖੇ ਵਿੱਚ ਲਾਉਂਦੇ ਹੈ। ਇਹ ਨਹੀਂ ਕਿ ਅਸੀਂ ਮਾਲਕ ਦੇ ਦਰਬਾਰ ਪਹੁੰਚ ਗਏ ਫਿਰ ਆਪਣਾ ਆਪ ਗੁਰੂ ਤੋਂ ਅਸੀਂ ਅਲੱਗ ਕਰ ਲਈਏ। ਫਿਰ ਵੀ ਗੁਰੂ ਪ੍ਰਤੀ ਓਨਾ ਹੀ ਉਭਾਰ ਰਹਿੰਦਾ ਹੈ। ਸਚਾਈ ਤਾਂ ਇਹ ਹੈ ਕਿ ਅੰਦਰ ਜਾ ਕੇ ਪਿਆਰ ਵੱਧਦਾ ਹੈ, ਪੱਕਾ ਹੋ ਜਾਂਦਾ ਹੈ, ਫਿਰ ਛੱਡ ਨਹੀਂ ਸਕਦਾਗਾ। ਇਸ ਵਾਸਤੇ ਆਪਣਾ ਆਪ ਗੁਰੂ ਦੇ ਹਵਾਲੇ ਕਰਨ ਵਾਸਤੇ ਹੋਰ ਵੀ ਬਹੁਤ ਕੁਝ ਬੋਲਿਆ ਜਾ ਸਕਦਾ ਹੈ, ਕਈ ਗ੍ਰੰਥ ਲਿਖੇ ਜਾ ਸਕਦੇ ਹੈ। ਪ੍ਰੇਮ ਦੀ ਕਹਾਣੀ ਕਦੇ ਮੁੱਕਦੀ ਨਹੀਂ।